ਤਾਂ ਬਹੁਤ ਸਾਰੇ ਲੋਕ ਆ ਸਾਡੇ ਸਾਹਮਣੇ ਕੋਲ ਬੈਠਦੇ, ਨਾਲੇ ਤਾਂ ਸਾਨੂੰ ਦੇਖਦੇ, ਨਾਲੇ ਹੱਸਦੇ ਸਾਡੇ ਕਨੀ ਦੇਖ ਕੇ ਕਿ ਇਹ ਕੀ ਕਰ ਰਹੇ ਆ। ਤਾਂ ਅਸੀਂ ਸਟਾਰਟਿੰਗ ਦੇ ਵਿੱਚ ਜਿਹੜਾ ਗੋਬਰ ਲੋਕਾਂ ਦੇ ਘਰਾਂ 'ਚ ਵੀ ਇਕੱਠਾ ਕਰਦੇ ਰਹੇ, ਤਾਂ ਅਸੀਂ ਯਾਨੀ ਕਿ ਰਾਤ ਨੂੰ ਕਹਿ ਕੇ ਆਉਣਾ ਕਿ ਕੱਲ੍ਹ ਨੂੰ ਤੁਸੀਂ ਗੋਬਰ ਨਾ ਸੁੱਟੋ, ਅਸੀਂ ਇਕੱਠਾ ਕਰਕੇ ਲੈ ਜਾਵਾਂਗੇ। ਮੋਟਰਸਾਈਕਲ ਵਾਲੀ ਰੇਹੜੀ ਦੇ ਮਗਰ ਪਾ ਕੇ ਅਸੀਂ ਗੋਬਰ ਲੈ ਕੇ ਆਉਣਾ। ਮੇਰੇ ਫਾਦਰ ਸਾਹਿਬ ਨੂੰ ਵੀ ਬੜਿਆਂ ਨੇ ਕਿਹਾ ਕਿ ਬੱਚਿਆਂ ਨੂੰ ਸਮਝਾਓ ਕਿਹੜੇ ਯਾਨੀ ਕਿ ਗੋਬਰ 'ਚ ਹੱਥ ਮਾਰਦੇ ਫਿਰਦੇ ਆ, ਲੇਡੀਜ਼ ਦਾ ਕੰਮ ਹੁੰਦਾ ਗੋਹਾ ਪੱਥਣਾ, ਕਿ ਮੁੰਡੇ ਹੋ ਕੇ ਗੋਬਰ 'ਚ ਹੱਥ ਮਾਰਦੇ ਆ। ਸਾਡੇ ਵਾਸਤੇ ਇੱਕ ਗੰਡੋਆ ਲਗਭਗ 10 ਰੁਪਏ ਦਾ ਨੋਟ ਹੈ, ਠੀਕ ਹੈ। ਜੇਕਰ ਉਹਨੂੰ ਆਪਾਂ ਐਜ਼ ਪ੍ਰੋਫੈਸ਼ਨ ਦੇਖੀਏ, ਇਨਕਮ ਲੈਵਲ ਦੇ ਤੌਰ 'ਤੇ ਵੀ ਦੇਖੀਏ, ਤਾਂ ਆਪਦੀ ਲਾਈਫ ਦੇ ਵਿੱਚ ਲਗਭਗ ਤੁਹਾਨੂੰ 10 ਰੁਪਏ ਦੇ ਕੇ ਹੀ ਜਾਂਦਾ। ਇਹ ਸਾਰੇ ਬਿਲਕੁਲ ਨੀਚੇ ਗੰਡੋਏ ਆ, ਇਹ ਦੇਖੋ, ਇਹ ਆਪਦਾ ਇਹ ਕੰਮ ਕਰ ਰਹੇ ਆ। ਇਹ ਸਾਰਾ ਦਿਨ ਇਹ ਆਪਦੇ ਵਜ਼ਨ ਤੋਂ 2 ਗੁਣਾ ਡਬਲ ਯਾਨੀ ਕਿ ਖੁਰਾਕ ਖਾਂਦੇ ਇੱਕ ਦਿਨ ਦੇ ਵਿੱਚ, ਠੀਕ ਹੈ। ਆਪਦੇ ਵਜ਼ਨ ਦਾ ਦੁੱਗਣਾ ਖਾ ਲੈਂਦੇ ਆ, ਔਰ ਇੱਕ ਦਿਨ ਦੇ ਵਿੱਚ 20 ਵਾਰ ਇਹਨਾਂ ਨੇ ਉੱਪਰ ਨੀਚੇ ਆਉਣਾ। ਅੱਜ ਦਾ ਗੰਡੋਏ ਨੇ, ਇਹਨਾਂ ਦੇ ਵਿੱਚ ਜਿਹੜਾ ਤੁਸੀਂ ਆ ਵਾਈਟ ਕਲਰ ਦਾ ਪਾਰਟ ਦੇਖ ਰਹੇ ਹੋ, ਚਲੋ ਉੱਚਾ ਜਿਹਾ ਥੋੜਾ ਜਿਹਾ ਗੰਡੋਆ, ਗੋਲ ਗੋਲ ਵਾਈਟ ਕਲਰ ਦਾ ਉੱਚਾ, ਤਾਂ ਇਹ ਇਟ ਮੀਨ ਨਿਸ਼ਾਨੀ ਹੈ ਕਿ ਗੁਰੂਆ ਇਹਨੇ ਬੱਚੇ ਦੇਣੇ ਆ, ਪ੍ਰੈਗਨੈਂਟ ਆਏ। ਤਾਂ ਇਸ ਟਾਈਮ ਜਿਹੜਾ ਆਪਾਂ ਇਸ ਬੈੱਡ ਦੇ ਵਿੱਚ ਦੇਖ ਰਹੇ ਹਾਂ, ਲਗਭਗ 90% ਗੰਡੋਏ ਪ੍ਰੈਗਨੈਂਟ ਨੇ, ਉਹ ਬੱਚੇ ਦੇਣ ਵਾਲੇ ਨੇ, ਅੱਗੇ ਅੰਡੇ ਦੇਣਗੇ। ਤਾਂ ਇੱਕ ਵਾਰ ਦੇ ਵਿੱਚ ਜਿੰਨੇ ਆਪਾਂ ਗੰਡੋਏ ਛੱਡਾਂਗੇ ਬੈੱਡ ਦੇ ਵਿੱਚ, ਜਿਨ੍ਹਾਂ ਨੂੰ ਖਾਦ ਬਣੂਗੀ, ਲਗਭਗ ਗੰਡੋਏ ਵੀ ਆਪਣੇ ਕੋਲ ਟ੍ਰਿਪਲ ਹੋ ਜਾਣਗੇ, 3 ਗੁਣਾ ਇਹਨਾਂ ਦਾ ਵਾਧਾ ਹੋ ਜਾਊਗਾ। ਇਹਨਾਂ ਦੇ ਦੋਨੋਂ ਲਿੰਗ ਹੁੰਦੇ ਆ ਜੀ, ਨਰ ਵੀ ਹੈ ਮਾਦਾ ਵੀ ਹੈ। ਇਸ ਕਰਕੇ ਜੇਕਰ ਆਪਾਂ 100 ਗੰਡੋਆ ਛੱਡਿਆ ਤਾਂ 100 ਦੇ 100 ਨੇ ਹੀ ਅੰਡਾ ਦੇਣਾ। ਇਹ ਗੰਡੋਏ ਦੇ ਅੰਡੇ ਨੇ ਜੀ, ਔਰ ਇੱਕ ਅੰਡੇ 'ਚੋਂ ਲਗਭਗ 2 ਤੋਂ 3 ਬੱਚੇ ਨਿਕਲਣਗੇ, ਔਰ ਇੱਕ ਗੰਡੋਆ ਇੱਕ ਟਾਈਮ ਦੇ ਵਿੱਚ 23 ਤੋਂ ਲੈ ਕੇ 25 ਅੰਡੇ ਦਿੰਦਾ। ਤਾਂ ਇਹਦਾ ਫਾਇਦਾ ਵੀ ਇਹੀ ਹੈ ਕਿ ਜਦੋਂ ਆਪਾਂ ਇਹਨੂੰ ਖਾਦ ਨੂੰ ਖੇਤ ਦੇ ਵਿੱਚ ਪਾਉਨੇ ਆ, ਤਾਂ ਇਹ ਧਰਤੀ ਨੂੰ ਪੋਲਾ ਰੱਖਦੀ ਆ, ਯਾਨੀ ਕਿ ਰੋਮ ਸਾਰੇ ਧਰਤੀ ਦੇ ਖੋਲ ਕੇ ਰੱਖਦੀ ਹੈ। ਜਿਹੜੀ ਸੂਰਜ ਦੀ ਰੋਸ਼ਨੀ ਹੈ ਜਾਂ ਹਵਾ ਨੀਚੇ ਤੱਕ ਜਾਂਦੀ ਹੈ, ਜਿਹਦੇ ਨਾਲ ਆਪਣੀ ਫਸਲ ਕੀ ਆ ਕਿ ਬਹੁਤ ਜ਼ਿਆਦਾ ਗਰੋ ਕਰਦੀ ਹੈ, ਕਲਰ ਵਧੀਆ ਆਉਂਦਾ, ਔਰ ਬੂਟਾ ਕੋਈ ਜਿਹੜਾ ਵੀ ਉਹ ਸਟਰੈਂਥ ਦੇ ਵਿੱਚ ਰਹਿੰਦਾ, ਕੋਈ ਬਿਮਾਰੀ ਛੇਤੀ ਲੱਗਦੀ ਨਹੀਂ। 2 ਬੈੱਡਾਂ ਤੋਂ ਸ਼ੁਰੂਆਤ ਕੀਤੀ ਸੀ, ਤਾਂ ਬਹੁਤ ਵਧੀਆ ਰਿਸਪੌਂਸ ਰਿਹਾ, ਕਾਫੀ ਡਿਮਾਂਡ ਵਧੀ ਇਹਦੀ। ਤਾਂ ਹੌਲੀ ਹੌਲੀ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਪਲਾਟ ਹੈ ਮੇਨ ਰੋਡ ਦੇ ਉੱਪਰ, ਅਸੀਂ ਆਪਦਾ ਖੁਦ ਦਾ ਖਰੀਦਿਆ। ਸਭ ਤੋਂ ਪਹਿਲਾਂ ਆਪਾਂ ਨੂੰ ਗੋਹਾ ਯਾਨੀ ਕਿ ਗੋਬਰ ਦੀ ਸਿਲੈਕਸ਼ਨ ਕਰਨੀ ਪੈਂਦੀ ਆ। ਉਹ ਥੋੜਾ ਜਿਹਾ ਧਿਆਨ ਦੇਣ ਵਾਲਾ ਕੰਮ ਆ ਕਿ ਉਹਦੇ ਵਿੱਚ ਕੋਈ ਮਿਕਸ ਨਾ ਹੋਵੇ ਮਿੱਟੀ ਵਗੈਰਾ, ਕਿਉਂਕਿ ਉਹ ਬਹੁਤ ਜ਼ਰੂਰੀ ਚੀਜ਼ ਆ, ਅਦਰਵਾਈਜ਼ ਗੰਡੋਏ ਮਰ ਜਾਂਦੇ ਆ। ਗੋਬਰ ਨੂੰ ਠੰਡਾ ਕਰਨਾ ਪੈਂਦਾ। ਠੰਡਾ ਕਰਨ ਤੋਂ ਬਾਅਦ ਇਹ ਬੈੱਡ ਦੀ ਸ਼ੇਪ ਬਣਾਈ ਜਾਂਦੀ ਆ। ਲੰਬਾਈ ਜਿੰਨੀ ਆਪਾਂ ਮਰਜ਼ੀ ਕਰ ਲਈਏ, ਚੌੜਾਈ ਮੈਕਸਿਮਮ 3 ਫੁੱਟ ਰੱਖਣੀ ਪੈਂਦੀ ਹੈ, ਤਾਂ ਜੋ ਇਹਦੇ ਉੱਪਰ ਨਾ ਚੜਿਆ ਜਾਵੇ, ਦਬਾਅ ਨਾ ਆਵੇ। ਪਰਾਲੀ 2 ਚੀਜ਼ਾਂ ਨਾਲ ਕੰਮ ਕਰਦੀ ਹੈ। ਸਰਦੀ ਦੇ ਵਿੱਚ ਕੀ ਹੈ ਕਿ ਐਜ਼ ਆ ਹੀਟਰ ਦਾ ਕੰਮ ਕਰਦੀ ਹੈ, ਔਰ ਗਰਮੀ ਦੇ ਵਿੱਚ ਕੀ ਹੈ ਕਿ ਇੱਕ ਵਾਰ ਜਦੋਂ ਆਪਾਂ ਪਾਣੀ ਦਾ ਛਿੜਕਾਅ ਕਰ ਦਿੰਦੇ ਆ, ਤਾਂ ਲੰਬਾ ਸਮਾਂ ਨਮੀ ਮੇਨਟੇਨ ਰੱਖਦੀ ਹੈ, ਐਜ਼ ਆ ਕੂਲਰ ਦਾ ਕੰਮ ਕਰਦੀ ਹੈ। ਕਿ ਇਹ ਪ੍ਰਜਾਤੀ ਇਹੋ ਜਿਹੀ, ਇਹਨਾਂ ਨੂੰ 24 ਘੰਟੇ ਅੰਧੇਰਾ ਚਾਹੀਦਾ, ਕਿਉਂਕਿ ਜੇਕਰ ਇਹਨਾਂ ਦੇ ਉੱਪਰ ਕੋਈ ਆਪਾਂ ਪਰਾਲੀ ਨਾਲ ਜਾਂ ਬੋਰੀਆਂ ਨਾਲ ਇਹਨੂੰ ਨਾ ਕੱਜੀਏ ਤਾਂ ਸਿਰਫ ਰਾਤ ਵੇਲੇ ਕੰਮ ਕਰਨਗੇ, ਸੁਬਾਹ ਇਹਨਾਂ ਨੇ ਕੰਮ ਨਹੀਂ ਕਰਨਾ। ਇਸ ਕਰਕੇ ਟਾਈਮ ਦੀ ਬੱਚਤ ਵੀ ਇਹਦੇ ਵਿੱਚ ਹੈਗੀ ਆ, ਔਰ ਕੀ ਹੈ ਕਿ ਪ੍ਰੋਸੈਸ ਫਾਸਟ ਹੁੰਦਾ, ਆਪਣੇ ਕੋਲੇ ਇਨਕਮ ਵੀ ਜ਼ਿਆਦਾ ਜਲਦੀ ਆਉਣੀ ਸ਼ੁਰੂ ਹੋ ਜਾਂਦੀ। ਪੰਜਾਬ ਦਾ ਕੋਈ ਵੀ ਇਹੋ ਜਿਹਾ ਡਿਸਟ੍ਰਿਕਟ ਨਹੀਂ ਹੈਗਾ ਜਿੱਥੇ ਸਾਡਾ ਮਤਲਬ ਖਾਦ ਜਾਂ ਅਰਥਵਾਮਸ ਗਏ ਨਹੀਂ ਹੈਗੇ। ਹੁਸ਼ਿਆਰਪੁਰ ਤੱਕ, ਜਲੰਧਰ, ਕਪੂਰਥਲਾ, ਹਰ ਇੱਕ ਡਿਸਟ੍ਰਿਕਟ ਲਗਭਗ ਦੂਰੋਂ ਦੂਰੋਂ ਸਾਡੇ ਕੋਲੇ ਲੋਕ ਆਉਂਦੇ ਨੇ। ਪ੍ਰਾਈਸ ਆ ਜਿਹੜਾ ਆਪਣਾ ਸਭ ਤੋਂ ਘੱਟ ਆ ਪੰਜਾਬ ਦੇ ਵਿੱਚ, 600 ਰੁਪਏ ਕੁਆਂਟਲ ਆਪਣਾ ਹੀ ਬਲਕ ਦੇ ਵਿੱਚ ਆ। ਮਤਲਬ ਕੋਈ ਜ਼ਿਆਦਾ ਕੁਆਂਟੀਟੀ ਲੈਂਦਾ 2-3 ਕੁਆਂਟਲ, ਇਸ ਤੋਂ ਜ਼ਿਆਦਾ ਤਾਂ ਅਸੀਂ 6 ਰੁਪਏ ਕਰਦੇ ਹਾਂ। ਅਦਰਵਾਈਜ਼ ਜੇ ਕਿਸੇ ਨੂੰ 20-30-50 ਕਿਲੋ ਚਾਹੀਦੀ ਆ ਤਾਂ ਫਿਰ ਆਪਣਾ ਜਿਹੜਾ ਪ੍ਰਾਈਸ ਆ ਉਹ 10 ਰੁਪਏ ਕਿਲੋ ਆ। ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ ਕਿ ਬਾਹਰ ਜਾ ਕੇ ਕਰਨੀ, ਉਧਰ ਵੀ ਲੇਬਰ ਹੀ, ਆਪਾਂ ਨੂੰ ਵੀ ਪਤਾ ਉਧਰ ਜਾ ਕੇ ਲੇਬਰ ਕਰਨੀ ਆ। ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਮ ਨੇ, ਬਹੁਤ ਸਾਰੇ ਐਸੇ ਆਈਡੀਆਜ਼ ਨੇ ਜਿਨ੍ਹਾਂ ਨੂੰ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ, ਔਰ ਆਪਣੀ ਇਨਕਮ ਲੈਵਲ ਨੂੰ ਇਨਹਾਂਸ ਕਰ ਸਕਦੇ ਹਾਂ। ਤਾਂ ਅਸੀਂ ਸੋਚਿਆ ਕਿਉਂ ਨਾ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਆਪਣੀਆਂ ਪਿੰਡਾਂ ਦੀ ਜੜ੍ਹਾਂ ਦੇ ਨਾਲ ਜੁੜ ਕੇ ਇੱਕ ਲੋਕਾਂ ਨੂੰ ਬਦਲ ਦਈਏ। ਪਿਤਾ ਦੀ ਅਰਥੀ ਨੂੰ ਅੱਗ ਦੇਣ ਵਾਸਤੇ ਵੀ ਲਾਸਟ ਤੇ ਬੱਚਾ ਨਹੀਂ ਆ ਪਾਉਂਦਾ। ਇੱਦਾਂ ਦੀ ਸਿਚੁਏਸ਼ਨ ਪੰਜਾਬ ਦੀ ਹੋਈ ਪਈ ਆ। ਪਿੰਡਾਂ 'ਚ ਆਪਾਂ ਦੇਖਦੇ ਹਾਂ ਬਹੁਤ ਸਾਰੇ ਕੇਸ ਇੱਦਾਂ ਦੇ ਆਉਂਦੇ। ਤਾਂ ਇਹੋ ਜਿਹੀ ਜ਼ਿੰਦਗੀ ਦਾ ਨਹੀਂ ਕਰਨਾ। ਪੈਸਾ ਸਭ ਕੁਝ ਨਹੀਂ ਹੈਗਾ। ਜੋ ਆਪਣੇ ਰਿਸ਼ਤੇ ਪਰਮਾਤਮਾ ਨੇ ਬਣਾਇਆ ਸਭ ਤੋਂ ਜ਼ਰੂਰੀ ਇਹ ਨੇ, ਤਾਂ ਉਹਨਾਂ ਨੂੰ ਸੰਭਾਲ ਕੇ ਰੱਖੋ। ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਜਿਹੋ ਜਿਹਾ ਖਾਣਾ ਪੀਣਾ, ਜਿਹੋ ਜਿਹਾ ਲਾਈਫ ਸਟਾਈਲ ਔਰ ਜਿਹੋ ਜਿਹਾ ਵਾਤਾਵਰਨ ਸਾਡਾ ਹੋ ਚੁੱਕਿਆ ਹੈ, ਹਰ ਕੋਈ ਇਹੀ ਚਾਹੁੰਦਾ ਹੈ ਕਿ ਅਸੀਂ ਬਿਹਤਰ ਤੋਂ ਬਿਹਤਰ ਚੀਜ਼ ਖਾਈਏ ਔਰ ਸਾਡੀ ਜਿਹੜੀ ਖੁਰਾਕ ਹੈ ਉਹ ਆਰਗੈਨਿਕ ਹੋਵੇ।
ਪਰ ਆਰਗੈਨਿਕ ਖੁਰਾਕ ਕਿਵੇਂ ਹੋਊਗੀ, ਆਰਗੈਨਿਕ ਖਾਣਾ ਕਿਵੇਂ ਮਿਲੂਗਾ, ਉਸ ਦੇ ਉੱਤੇ ਦੋ ਨੌਜਵਾਨਾਂ ਨੇ ਇੱਕ ਬਹੁਤ ਸੋਹਣੀ ਕਾਰਡ ਕੱਢੀ ਔਰ ਤੁਹਾਡੀ ਅੱਜ ਮੁਲਾਕਾਤ ਉਹਨਾਂ ਦੋ ਨੌਜਵਾਨਾਂ ਦੇ ਨਾਲ ਕਰਾਵਾਂਗੇ ਜਿਨ੍ਹਾਂ ਨੇ ਇੱਕ ਆਪਣਾ ਵੈਂਚਰ ਸ਼ੁਰੂ ਕੀਤਾ ਹੈ। ਪੇਂਡੂ ਰੂਟਸ ਨਾਮ ਦਾ ਉਹਨਾਂ ਦਾ ਇਹ ਵੈਂਚਰ ਹੈ। ਤਾਂ ਕਿਵੇਂ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਬਾਈ ਹੋਣੀ ਪੇਂਡੂ ਰੂਟਸ ਨਾਂ ਦਾ ਇਸ ਵੈਂਚਰ ਨੂੰ ਉਹ ਖੋਲ੍ਹਦੇ ਨੇ ਔਰ ਕਿਵੇਂ ਸ਼ੁਰੂਆਤ ਕਰਦੇ ਨੇ ਔਰ ਕਿਵੇਂ ਇਹ ਥਾਂ ਦੇ ਉੱਤੇ ਜਿੱਥੇ ਤੁਸੀਂ ਮੇਰੇ ਪਿਛਲੇ ਪਾਸੇ ਵੇਖ ਰਹੇ ਹੋ ਤੁਹਾਨੂੰ ਅਜੇ ਸਮਝਣ ਦੇ ਵਿੱਚ ਚੀਜ਼ਾਂ ਕੁਝ ਵੱਖਰੀਆਂ ਨਜ਼ਰ ਆ ਰਹੀਆਂ ਹੋਣਗੀਆਂ, ਪਰ ਬਾਈ ਉਹਨਾਂ ਦੇ ਨਾਲ ਹੀ ਗੱਲਬਾਤ ਕਰਕੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਪੂਰਾ ਸਟਾਰਟਅਪ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਜਾਂਦਾ ਔਰ ਕਿਵੇਂ ਇਸ ਚੀਜ਼ ਦੀ ਕਾਢ ਕੱਢੀ ਜਾਂਦੀ ਹੈ। ਬਾਈ ਗੁਰਵਿੰਦਰ ਤੇ ਬਾਈ ਹਰਪ੍ਰੀਤ ਸਾਡੇ ਨਾਲ ਨੇ। ਬਾਈ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਦਾ ਕਿ ਸਾਡੇ ਅੱਜ ਯੂਨਿਟ ਦੇ ਉੱਪਰ ਆਏ ਨੇ। ਬਹੁਤ ਬਹੁਤ ਧੰਨਵਾਦ ਬਾਈ ਜੀ। ਬਾਈ ਜਿਵੇਂ ਮੈਂ ਕਿਹਾ ਕਿ ਅੱਜ ਦੇ ਟਾਈਮ ਦੇ ਵਿੱਚ ਨਾ ਲਾਈਫ ਸਟਾਈਲ ਆਪਣੇ ਸਾਰਿਆਂ ਚੇਂਜ ਹੋ ਗਏ, ਖੁਰਾਕਾਂ ਸਾਰੀਆਂ ਆਪਣੀਆਂ ਦੀ ਬਦਲਾ ਆ ਗਿਆ ਉਹਦੇ ਵਿੱਚ, ਪਰ ਬਹੁਤੇ ਹੁਣ ਲੋਕ ਇਹ ਚਾਹੁੰਦੇ ਹੁੰਦੇ ਕਿ ਆਰਗੈਨਿਕ ਸਾਨੂੰ ਕੋਈ ਚੀਜ਼ ਮਿਲ ਜੇ, ਆਰਗੈਨਿਕ ਖਾਣਾ ਮਿਲ ਜਾਵੇ। ਇਹ ਕਿਵੇਂ ਤੁਹਾਡੇ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਗੰਡੋਇਆਂ ਤੋਂ ਖਾਦ ਤਿਆਰ ਕੀਤੀ ਜਾਵੇ, ਆਰਗੈਨਿਕ ਤਰੀਕੇ ਦੇ ਨਾਲ ਇਹ ਖਾਦ ਤਿਆਰ ਕਰਕੇ ਔਰ ਲੋਕਾਂ ਤੱਕ ਪਹੁੰਚਾਈ ਜਾਵੇ, ਔਰ ਕਿਵੇਂ ਸਾਰਾ ਸਿਸਟਮ ਤੁਹਾਡੇ ਵੱਲੋਂ ਸ਼ੁਰੂ ਕੀਤਾ ਜਾਂਦਾ ਹੈ? ਡਿਟੇਲ ਦੇ ਵਿੱਚ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਿਓ ਔਰ ਕੀ ਤੁਸੀਂ ਕਰਦੇ ਸੀਗੇ ਔਰ ਕਿਵੇਂ ਇਹ ਸਾਰਾ ਸਬੱਬ ਬਣਦਾ। ਬਿਲਕੁਲ ਬਾਈ ਜੀ, ਅਗਰ ਆਪਾਂ ਸ਼ੁਰੂਆਤ ਦੀ ਗੱਲ ਕਰੀਏ ਨਾ, ਅਸੀਂ ਦੋਨੋਂ ਹੀ ਇੱਕ ਪ੍ਰਾਈਵੇਟ ਸੈਕਟਰ 'ਚ ਜੌਬ ਕਰ ਰਹੇ ਹਾਂ। ਤਾਂ ਸਟਾਰਟਿੰਗ ਤੋਂ ਜੀ ਮੈਂ ਆਪਦੇ ਘਰ ਦੀ ਗੱਲ ਕਰਾਂ, ਸਾਡੇ ਘਰੇ ਡਾਕਟਰਸ ਦਾ ਕਾਫੀ ਆਉਣਾ ਜਾਣਾ ਸੀਗਾ। ਮੇਰੀ ਮਦਰ ਜੀ ਕਾਫੀ ਬਿਮਾਰ ਰਹਿੰਦੇ ਸੀਗੇ, ਕਾਫੀ ਦਵਾਈਆਂ ਚੱਲਦੀਆਂ ਸੀ। ਤਾਂ ਮੇਨ ਕਾਰਨ ਉੱਥੇ ਇਹੀ ਪਤਾ ਲੱਗਿਆ ਕਿ ਜਿਹੜਾ ਆਪਣਾ ਖਾਣ ਪੀਣ ਉਹ ਕਾਫੀ ਜ਼ਹਿਰੀਲਾ, ਆਪਾਂ ਡਾਇਰੈਕਟਲੀ ਇਨਡਾਇਰੈਕਟਲੀ ਜ਼ਹਿਰਾਂ ਖਾ ਰਹੇ ਹਾਂ। ਤਾਂ ਸੈਕੰਡਲੀ ਜਿਹੜੀ ਅਸੀਂ ਜੌਬ ਜੁਆਇਨ ਕੀਤੀ ਹੋਈ ਆ, ਉਹ ਸਾਡਾ ਵੀ ਖੇਤੀਬਾੜੀ ਦੇ ਨਾਲ ਸੰਬੰਧਿਤ ਕੰਮ ਸੀਗਾ। ਅਸੀਂ ਲੋਕਾਂ ਨੂੰ ਟ੍ਰੇਨਿੰਗ ਵਗੈਰਾ ਪ੍ਰੋਵਾਈਡ ਕਰਦੇ ਰਹੇ। ਤਾਂ ਉੱਥੋਂ ਸਾਨੂੰ ਇਹ ਆਈਡੀਆ ਆਇਆ, ਲਾਗ ਲੱਗੀ ਕਿ ਕਿਉਂ ਨਾ ਆਪਾਂ ਵੀ ਇਹ ਕੰਮ ਸ਼ੁਰੂ ਕਰੀਏ। ਹਾਂਜੀ। ਤਾਂ ਕਿਵੇਂ ਕਿਸ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਹੈਗੇ ਹੋ ਔਰ ਕੀ ਤੁਸੀਂ ਜੌਬ ਕਰ ਰਹੇ ਹੋ ਔਰ ਕਿਵੇਂ ਇਸ ਚੀਜ਼ ਦੀ ਲਾਗ ਲੱਗਦੀ ਹੈ? ਅਸੀਂ ਜੀ ਕਾਰਪੋਰੇਟ ਸੈਕਟਰ ਦੇ ਵਿੱਚ ਕੰਮ ਕਰਦੇ ਹਾਂ ਤੇ ਜਿਹੜਾ ਸਾਡਾ ਕੰਮ ਹੈਗਾ ਉਹ ਸਕਿੱਲ ਡਿਵੈਲਪਮੈਂਟ ਦਾ, ਲੋਕਾਂ ਨੂੰ ਮਤਲਬ ਟ੍ਰੇਨਿੰਗ ਪ੍ਰੋਵਾਈਡ ਕਰਦੇ ਹਾਂ ਤਾਂ ਕਿ ਉਹਨਾਂ ਦੇ ਵਿੱਚ ਕੁਝ ਨਾ ਕੁਝ ਹੁਨਰ ਇੱਦਾਂ ਦਾ ਦਿੱਤਾ ਜਾਵੇ ਉਹਨਾਂ ਨੂੰ ਕਿ ਉਹਨਾਂ ਦੀ ਜਿਹੜੀ ਇਨਕਮ ਆ ਉਹ ਇਨਹੈਂਸ ਹੋ ਜਾਏ। ਤਾਂ ਇਸ ਤਰ੍ਹਾਂ ਅਸੀਂ ਵੀ ਪਿੰਡ ਦੇ ਵਿੱਚ ਇੱਕ ਕੋਈ ਮੋਫਰ ਪਿੰਡ ਸੀਗਾ ਸਾਡੇ ਮਾਨਸਾ ਡਿਸਟ੍ਰਿਕਟ ਦੇ ਵਿੱਚ, ਉੱਥੇ ਟ੍ਰੇਨਿੰਗ ਕੀਤੀ ਸੀਗੀ ਵਰਮੀ ਕੰਪੋਸਟਿੰਗ ਦੀ। ਉਹ ਜਦੋਂ ਦੇਖਿਆ ਤਾਂ ਸਾਨੂੰ ਕਨਸੈਪਟ ਵਧੀਆ ਲੱਗਿਆ। ਇਹ ਲੱਗਿਆ ਕਿ ਇਹਦੇ ਵਿੱਚ ਇਨਕਮ ਵੀ ਆਊਗੀ ਪਲੱਸ ਜਿਹੜੀ ਪੰਜਾਬ ਦੀ ਧਰਤੀ ਆ ਜਿਹੜੀ ਜ਼ਹਿਰੀਲੀ ਹੋ ਚੁੱਕੀ ਆ, ਤਾਂ ਉਹਨੂੰ ਵੀ ਇਹ ਜਿਹੜਾ ਹੈਗਾ ਦੁਬਾਰਾ ਤੋਂ ਮਤਲਬ ਜਿਹੜਾ ਹੈਗਾ ਉਸੇ ਸਟੇਜ ਜਿਹੜੀ ਪਹਿਲਾਂ ਸੀਗੀ ਧਰਤੀ ਆਪਣੀ 20-25 ਸਾਲ ਪਹਿਲਾਂ ਕਿ ਬਿਨਾਂ ਕੈਮੀਕਲ ਰਹਿਤ ਸੀਗੀ, ਤਾਂ ਉਸ ਦੇ ਵਿੱਚ ਲੈ ਕੇ ਜਾਂਦੀ ਆ ਦੁਬਾਰਾ। ਤਾਂ ਉੱਥੋਂ ਫਿਰ ਸਾਨੂੰ ਲੱਗਿਆ ਕਿ ਅਸੀਂ ਆਪ ਇਹ ਪ੍ਰੋਫੈਸ਼ਨ ਜਿਹੜਾ ਹੈਗਾ ਇਹਨੂੰ ਚੂਜ਼ ਕਰਦੇ ਹਾਂ। ਤਾਂ ਕਿਵੇਂ ਇੱਥੇ ਸ਼ੁਰੂਆਤ ਹੁੰਦੀ ਹੈ? ਜਗ੍ਹਾ ਤੁਹਾਡੇ ਵੱਲੋਂ ਹੁਣ ਇਸ ਸਪੈਸ਼ਲ ਖਰੀਦੀ ਗਈ ਹੈ ਇਸੇ ਥਾਂ ਦੇ ਉੱਤੇ ਜਾਂ ਸ਼ੁਰੂਆਤ ਪਹਿਲਾਂ ਕਿਸੇ ਹੋਰ ਥਾਂ ਦੇ ਉੱਤੇ ਕੀਤੀ ਗਈ ਸੀ? ਇਸ ਤੋਂ ਪਹਿਲਾਂ ਸਰ ਸਾਡਾ ਇੱਥੋਂ 1.5 ਕਿਲੋਮੀਟਰ ਦੂਰ ਆਪਦਾ ਪਿੰਡ ਹੈ ਮੀਰਪੁਰ ਖੁਰਦ। ਅਸੀਂ ਉੱਥੇ ਸ਼ੁਰੂਆਤ ਕੀਤੀ ਸੀ ਹਰਪ੍ਰੀਤ ਕੇ ਘਰ ਦੇ ਬੈਕ ਸਾਈਡ। ਸਾਡੇ ਕੋਲ ਥੋੜੀ ਜਿਹੀ ਜਗ੍ਹਾ ਸੀ, ਯਾਨੀ ਕਿ 2 ਕੁ ਬੈੱਡਾਂ ਤੋਂ ਸ਼ੁਰੂਆਤ ਕੀਤੀ ਸੀ। ਤਾਂ ਬਹੁਤ ਵਧੀਆ ਰਿਸਪੌਂਸ ਰਿਹਾ, ਕਾਫੀ ਡਿਮਾਂਡ ਵਧੀ ਇਹਦੀ। ਤਾਂ ਹੌਲੀ ਹੌਲੀ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਪਲਾਟ ਹੈ ਮੇਨ ਰੋਡ ਦੇ ਉੱਪਰ ਅਸੀਂ ਆਪਦਾ ਖੁਦ ਦਾ ਖਰੀਦਿਆ, ਕਿਉਂਕਿ ਇੱਥੇ ਮਾਰਕੀਟਿੰਗ ਦਾ ਵੀ ਥੋੜਾ ਜਿਹਾ ਈਜ਼ੀ ਹੋ ਜਾਂਦਾ ਔਨ ਰੋਡ ਦੇ ਉੱਪਰ। ਉਸ ਤੋਂ ਬਾਅਦ ਅਸੀਂ ਆਪਦਾ ਖਰੀਦ ਕੇ ਆਪਦੇ ਹੀ ਯੂਨਿਟ ਲਾਇਆ। ਤਾਂ ਹੌਲੀ ਹੌਲੀ ਅਸੀਂ ਇਸ ਕੰਮ ਨੂੰ ਹੋਰ ਵੀ ਐਕਸਪੈਂਡ ਕਰ ਰਹੇ ਹਾਂ। ਪਰ ਬਾਈ ਮੈਨੂੰ ਦੱਸੋ, ਪੇਂਡੂ ਰੂਟਸ, ਹਾਲਾਂਕਿ ਤੁਹਾਡਾ ਲਿਖਿਆ ਹੋਇਆ ਸਾਡਾ ਇੱਕੋ ਖੁਆਬ ਸਿਹਤਮੰਦ ਹੋਵੇ ਪੰਜਾਬ, ਪੇਂਡੂ ਰੂਟਸ ਨਾਮ ਦਾ ਇਹ ਸੋਚਣਾ ਔਰ ਇਸ ਨਾਮ ਦੇ ਪਿੱਛੇ ਦੀ ਕੀ ਅਸਲ ਵਜ੍ਹਾ ਹੈਗੀ ਹੈ? ਹਾਲਾਂਕਿ ਹਰ ਕੋਈ ਆਪਣੀ ਜੜ੍ਹਾਂ ਦੇ ਨਾਲ ਤਾਂ ਜੁੜਨਾ ਚਾਹੁੰਦਾ, ਜੁੜਿਆ ਵੀ ਹੁੰਦਾ ਹੈ, ਤੁਸੀਂ ਇਹ ਨਾਮ ਕਿਉਂ ਸੋਚਿਆ? ਬਿਲਕੁਲ ਬਾਈ ਜੀ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਜ਼ਿਆਦਾਤਰ ਰੁਝਾਨ ਕੀ ਹੈ ਕਿ ਨੌਜਵਾਨ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ ਕਿ ਬਾਹਰ ਜਾ ਕੇ ਕਰਨੀ, ਉੱਧਰ ਵੀ ਲੇਬਰ ਹੀ, ਆਪਾਂ ਨੂੰ ਵੀ ਪਤਾ ਉੱਧਰ ਜਾ ਕੇ ਲੇਬਰ ਕਰਨੀ ਆ। ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਮ ਨੇ, ਬਹੁਤ ਸਾਰੇ ਐਸੇ ਆਈਡੀਆਜ਼ ਨੇ ਜਿਨ੍ਹਾਂ ਨੂੰ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ ਔਰ ਆਪਣੀ ਇਨਕਮ ਲੈਵਲ ਨੂੰ ਇਨਹਾਂਸ ਕਰ ਸਕਦੇ ਹਾਂ। ਤਾਂ ਅਸੀਂ ਸੋਚਿਆ ਕਿਉਂ ਨਾ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਆਪਣੀਆਂ ਪਿੰਡਾਂ ਦੀ ਜੜ੍ਹਾਂ ਦੇ ਨਾਲ ਜੁੜ ਕੇ ਇੱਕ ਲੋਕਾਂ ਨੂੰ ਬਦਲ ਦਈਏ ਕਿ ਆਪਾਂ ਇੱਥੇ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਹਾਂ। ਇਸ ਕਰਕੇ ਅਸੀਂ ਕਾਫੀ ਸਰਚ ਕੀਤੀ, ਨਾਮ ਦੇ ਉੱਤੇ ਹੀ ਸੋਚਿਆ, ਆਈਡੀਆ ਆਇਆ ਕਿ ਆਪਾਂ ਕਿਉਂ ਨਾ ਨਾਮ ਹੀ ਇਹੋ ਜਿਹਾ ਰੱਖੀਏ ਕਿ ਲੋਕਾਂ ਨੂੰ ਪੰਜਾਬ ਨੂੰ ਜੜ੍ਹਾਂ ਦੇ ਨਾਲ ਜੋੜ ਕੇ ਰੱਖੀਏ। ਇਸ ਤਰੀਕੇ ਨਾਲ ਸਾਡੇ ਕੋਲੇ ਨਾਮ ਦੀ ਜਿਹੜੀ ਹੋਂਦ ਹੋਈ ਹੈ। ਔਰ ਇਹ ਪੂਰਾ ਪ੍ਰੋਸੈਸ ਕਿਵੇਂ ਹੁੰਦਾ? ਮੈਂ ਉਹ ਵੀ ਕਹੂੰਗਾ ਕਿ ਜ਼ਰੂਰ ਬਾਈ ਸਮਝਾਉਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਆ ਦੇਖ ਰਹੇ ਆ ਇਹ ਬੈੱਡਸ, ਇਹਨੂੰ ਬੈੱਡਸ ਕਹਿੰਦੇ ਨੇ ਵੱਖੋ ਵੱਖ, ਤੇ ਉੱਪਰ ਪਰਾਲੀ ਵੀ ਪਾਈ ਹੋਈ ਹੈ ਤੁਸੀਂ ਔਰ ਨੀਚੇ ਇਹਦੇ ਖਾਦ ਇਸ ਵੇਲੇ ਤਿਆਰ ਹੋ ਰਹੀ ਹੈ। ਬਿਲਕੁਲ ਜੀ, ਬਿਲਕੁਲ। ਸਭ ਤੋਂ ਪਹਿਲਾਂ ਆਪਾਂ ਨੂੰ ਗੋਹਾ ਯਾਨੀ ਕਿ ਗੋਬਰ ਦੀ ਸਿਲੈਕਸ਼ਨ ਕਰਨੀ ਪੈਂਦੀ ਆ। ਉਹ ਥੋੜਾ ਜਿਹਾ ਧਿਆਨ ਦੇਣ ਵਾਲਾ ਕੰਮ ਆ ਕਿ ਉਹਦੇ ਵਿੱਚ ਕੋਈ ਮਿਕਸ ਨਾ ਹੋਵੇ ਮਿੱਟੀ ਵਗੈਰਾ, ਕਿਉਂਕਿ ਉਹ ਬਹੁਤ ਜ਼ਰੂਰੀ ਚੀਜ਼ ਆ, ਅਦਰਵਾਈਜ਼ ਗੰਡੋਏ ਮਰ ਜਾਂਦੇ ਆ। ਉਸ ਤੋਂ ਬਾਅਦ ਉਹਨੂੰ ਠੰਡਾ ਕਰਕੇ, ਕਿਉਂਕਿ ਇਹਦੇ 'ਚ ਮਿਥੇਨ ਗੈਸ ਹੁੰਦੀ ਹੈ, ਗੋਬਰ ਨੂੰ ਠੰਡਾ ਕਰਨਾ ਪੈਂਦਾ। ਠੰਡਾ ਕਰਨ ਤੋਂ ਬਾਅਦ ਇਹ ਬੈੱਡ ਦੀ ਸ਼ੇਪ ਬਣਾਈ ਜਾਂਦੀ ਆ। ਲੰਬਾਈ ਜਿੰਨੀ ਆਪਾਂ ਮਰਜ਼ੀ ਕਰ ਲਈਏ, ਚੌੜਾਈ ਮੈਕਸਿਮਮ 3 ਫੁੱਟ ਰੱਖਣੀ ਪੈਂਦੀ ਹੈ ਤਾਂ ਜੋ ਇਹਦੇ ਉੱਪਰ ਨਾ ਚੜਿਆ ਜਾਵੇ, ਦਬਾਅ ਨਾ ਆਵੇ। ਤਾਂ ਉਸ ਤੋਂ ਬਾਅਦ ਇਹਦੇ ਉੱਪਰ ਗੰਡੋਏ ਛੱਡੇ ਜਾਂਦੇ ਆ। ਪਰਾਲੀ ਪਾਉਣ ਦਾ ਮੇਨ ਮਕਸਦ ਇਹੀ ਹੈ ਕਿ ਪਰਾਲੀ 2 ਚੀਜ਼ਾਂ ਨਾਲ ਕੰਮ ਕਰਦੀ ਹੈ। ਸਰਦੀ ਦੇ ਵਿੱਚ ਕੀ ਹੈ ਕਿ ਐਜ਼ ਆ ਹੀਟਰ ਦਾ ਕੰਮ ਕਰਦੀ ਹੈ, ਔਰ ਗਰਮੀ ਦੇ ਵਿੱਚ ਕੀ ਹੈ ਕਿ ਇੱਕ ਵਾਰ ਜਦੋਂ ਆਪਾਂ ਪਾਣੀ ਦਾ ਛਿੜਕਾਅ ਕਰ ਦਿੰਦੇ ਆ ਤਾਂ ਲੰਬਾ ਸਮਾਂ ਨਮੀ ਮੇਨਟੇਨ ਰੱਖਦੀ ਹੈ, ਐਜ਼ ਆ ਕੂਲਰ ਦਾ ਕੰਮ ਕਰਦੀ ਹੈ। ਤਾਂ ਨਮੀ ਮੇਨਟੇਨ ਰਹਿੰਦੀ ਆ, ਟੈਂਪਰੇਚਰ ਮੇਨਟੇਨ ਰਹਿੰਦਾ, ਤਾਂ ਗੰਡੋਏ ਕੀ ਪ੍ਰੋਪਰ ਕੰਮ ਕਰਦੇ ਰਹਿੰਦੇ ਆ। ਬਾਕੀ ਇਹ ਪ੍ਰਜਾਤੀ ਇਹੋ ਜਿਹੀ, ਇਹਨਾਂ ਨੂੰ 24 ਘੰਟੇ ਅੰਧੇਰਾ ਚਾਹੀਦਾ,
ਕਿਉਂਕਿ ਜੇਕਰ ਇਹਨਾਂ ਦੇ ਉੱਪਰ ਕੋਈ ਆਪਾਂ ਪਰਾਲੀ ਨਾਲ ਜਾਂ ਬੋਰੀਆਂ ਨਾਲ ਇਹਨੂੰ ਨਾ ਖਜੀਏ ਤਾਂ ਸਿਰਫ ਰਾਤ ਵੇਲੇ ਕੰਮ ਕਰਨਗੇ, ਸਵੇਰ ਇਹਨਾਂ ਨੇ ਕੰਮ ਨਹੀਂ ਕਰਨਾ। ਇਸ ਕਰਕੇ ਟਾਈਮ ਦੀ ਬਚਤ ਵੀ ਇਹਦੇ ਵਿੱਚ ਹੈਗੀ ਆ, ਔਰ ਕੀ ਹੈ ਕਿ ਪ੍ਰੋਸੈਸ ਫਾਸਟ ਹੁੰਦਾ, ਆਪਣੇ ਕੋਲੇ ਇਨਕਮ ਵੀ ਜ਼ਿਆਦਾ ਜਲਦੀ ਆਉਣੀ ਸ਼ੁਰੂ ਹੋ ਜਾਂਦੀ ਹੈ। ਔਰ ਇਸ ਵੇਲੇ ਕਿਹੜੀ ਥਾਂ ਤੋਂ ਤੁਹਾਨੂੰ ਆਰਡਰ ਆ ਰਹੇ ਨੇ, ਰਿਸਪੌਂਸ ਕਿਹੋ ਜਿਹਾ ਮਿਲ ਰਿਹਾ? ਦੇਖੋ ਜੀ, ਜ਼ਿਆਦਾ ਜਿਹੜਾ ਹੈਗਾ ਸਾਡਾ ਆਰਡਰ ਹਰਿਆਣਾ ਤੇ ਪੰਜਾਬ ਦੇ ਵਿੱਚ ਜਾ ਰਿਹਾ। ਪੰਜਾਬ ਦਾ ਕੋਈ ਵੀ ਇਹੋ ਜਿਹਾ ਡਿਸਟ੍ਰਿਕਟ ਨਹੀਂ ਹੈਗਾ ਜਿੱਥੇ ਸਾਡਾ ਮਤਲਬ ਖਾਦ ਜਾਂ ਅਰਥ ਬੰਬਸ ਗਏ ਨਹੀਂ ਹੈਗੇ। ਹੁਸ਼ਿਆਰਪੁਰ ਤੱਕ, ਜਲੰਧਰ, ਕਪੂਰਥਲਾ, ਹਰ ਇੱਕ ਡਿਸਟ੍ਰਿਕਟ ਲਗਭਗ ਦੂਰੋਂ ਸਾਡੇ ਕੋਲੇ ਲੋਕ ਆਉਂਦੇ ਨੇ। ਅੱਜ ਵੀ ਜਿਹੜਾ ਹੈਗਾ ਅਸੀਂ ਹੁਣੇ ਰਤੀਆ ਡਿਲੀਵਰ ਕਰਕੇ ਹਟੇ ਆਰਡਰ, ਕੱਲ ਨੂੰ ਰਾਮਪੁਰੇ ਜਾਣਾ ਤੇ ਨਾਲ ਹੀ ਕੱਲ ਨੂੰ ਸੰਗਰੂਰ ਜਾਣਾ। ਔਰ ਬਾਈ ਇਹ ਪ੍ਰੋਸੈਸ ਕਿਵੇਂ ਹੁੰਦਾ ਹੈ ਉਹ ਵੀ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਚਾਹਾਂਗੇ। ਤਾਂ ਇਹ ਪਰਾਲੀ ਪਾਈ ਹੋਈ ਹੈ, ਇਹਦੇ ਨੀਚੇ ਖਾਦ ਇਸ ਵੇਲੇ ਤਿਆਰ ਹੋ ਰਹੀ ਹੈ। ਬਿਲਕੁਲ ਕਿਉਂਕਿ ਹਾਂਜੀ ਇਹ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਗੋਬਰ ਆਪਾਂ ਨੂੰ ਠੰਡਾ ਕਰਨਾ ਪੈਂਦਾ। ਅਸੀਂ ਗੋਬਰ ਠੰਡਾ ਕਰਕੇ ਤੇ ਬੈੱਡ ਦੀ ਸ਼ੇਪ ਬਣਾਤੀ, ਔਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਗੰਡੋਏ ਛੱਡੇ ਹੋਏ ਆ। ਠੀਕ ਹੈ, ਤੁਸੀਂ ਦੇਖੋਗੇ ਇੱਥੇ ਆਪਾਂ ਨੂੰ ਗੰਡੋਏ ਮਿਲਣਗੇ, ਨੀਚੇ ਚਲੇ ਜਾਂਦੇ ਕਿਉਂਕਿ ਗਰਮੀ ਜ਼ਿਆਦਾ ਹੈਗੀ ਆ। ਇਹ ਦੇਖੋ, ਇਹ ਸਾਰੇ ਬਿਲਕੁਲ ਨੀਚੇ ਗੰਡੋਏ ਆ। ਇਹ ਦੇਖੋ, ਇਹ ਆਪਦਾ ਇਹ ਕੰਮ ਕਰ ਰਹੇ ਆ। ਇਹ ਸਾਰਾ ਦਿਨ ਇਹ ਆਪਦੇ ਵਜ਼ਨ ਤੋਂ 2 ਗੁਣਾ ਡਬਲ ਯਾਨੀ ਕਿ ਖੁਰਾਕ ਖਾਂਦੇ ਇੱਕ ਦਿਨ ਦੇ ਵਿੱਚ। ਠੀਕ ਹੈ, ਆਪਦੇ ਵਜ਼ਨ ਦਾ ਦੁੱਗਣਾ ਖਾ ਲੈਂਦੇ ਆ, ਔਰ ਇੱਕ ਦਿਨ ਦੇ ਵਿੱਚ 20 ਵਾਰ ਇਹਨਾਂ ਨੇ ਉੱਪਰ ਨੀਚੇ ਆਉਣਾ। ਤਾਂ ਇਹਦਾ ਫਾਇਦਾ ਵੀ ਇਹੀ ਹੈ ਕਿ ਜਦੋਂ ਆਪਾਂ ਇਹਨੂੰ ਖਾਦ ਨੂੰ ਖੇਤ ਦੇ ਵਿੱਚ ਪਾਉਨੇ ਆ ਤਾਂ ਇਹ ਧਰਤੀ ਨੂੰ ਪੋਲਾ ਰੱਖਦੀ ਆ, ਯਾਨੀ ਕਿ ਰੋਮ ਸਾਰੇ ਧਰਤੀ ਦੇ ਖੋਲ ਕੇ ਰੱਖਦੀ ਹੈ। ਜਿਹੜੀ ਸੂਰਜ ਦੀ ਰੋਸ਼ਨੀ ਹੈ ਜਾਂ ਹਵਾ ਨੀਚੇ ਤੱਕ ਜਾਂਦੀ ਹੈ, ਜਿਹਦੇ ਨਾਲ ਆਪਣੀ ਫਸਲ ਕੀ ਆ ਕਿ ਬਹੁਤ ਜ਼ਿਆਦਾ ਗਰੋ ਕਰਦੀ ਹੈ, ਕਲਰ ਵਧੀਆ ਆਉਂਦਾ, ਔਰ ਬੂਟਾ ਕੋਈ ਜਿਹੜਾ ਵੀ ਉਹ ਸਟਰੈਂਥ ਦੇ ਵਿੱਚ ਰਹਿੰਦਾ, ਕੋਈ ਬਿਮਾਰੀ ਛੇਤੀ ਲੱਗਦੀ ਨਹੀਂ। ਔਰ ਜਿਵੇਂ ਇਹ ਇਸ ਵੇਲੇ ਕੰਮ ਕਰ ਰਹੇ ਨੇ, ਤੁਸੀਂ ਕਿ ਉੱਪਰ ਵੀ ਆਉਂਦੇ ਨੀਚੇ ਵੀ ਜਾਂਦੇ ਨੇ, ਤਾਂ ਜਦੋਂ ਇਹ ਫਿਰ ਨੀਚੇ ਚਲੇ ਜਾਂਦੇ ਨੇ ਤਾਂ ਉੱਪਰ ਵਾਲੀ ਫਿਰ ਤੁਸੀਂ ਲੇਅਰ ਸਾਰੀ ਚੱਕ ਲੈਂਦੇ ਹੋ? ਬਿਲਕੁਲ ਜੀ ਬਿਲਕੁਲ। ਇਹਨਾਂ ਨੂੰ ਜਦੋਂ ਖਾਦ ਨੂੰ ਅਲੱਗ ਕਰਨਾ ਆਪਾਂ ਗੰਡੋਇਆਂ ਨਾਲ, ਉਹਦਾ ਪ੍ਰੋਸੈਸ ਇਹੀ ਹੈ ਕਿ ਜਦੋਂ ਇਹ ਬਣ ਜਾਂਦੀ ਹੈ ਉੱਪਰੋਂ, ਜਿੱਦਾਂ ਆਪਣੀ ਚਾਹ ਪੱਤੀ ਹੁੰਦੀ ਹੈ ਬਲੈਕ ਕਲਰ ਦੀ, ਕਾਲੀ ਹੋ ਜਾਂਦੀ ਹੈ, ਤਾਂ ਇਹਨੂੰ ਅਲੱਗ ਕਰਨ ਦਾ ਇਹੀ ਤਰੀਕਾ ਹੈ ਕਿ ਉੱਪਰੋਂ ਖਾਦ ਨੂੰ ਫਰੋਲ ਦਿੱਤਾ ਜਾਂਦਾ। ਜਿਹੜੇ ਆਪਾਂ ਆਪਣੇ ਪਿੰਡਾਂ ਦੇ ਵਿੱਚ ਕਹਿੰਦੇ ਨੇ ਕੱਖ ਰੋਲਣੀ ਜਾਂ ਘਾਰ ਰੋਲਣੀ, ਇੱਕ ਪੰਜਾ ਟਾਈਪ ਬਣਿਆ ਹੁੰਦਾ, ਉਹਦੇ ਨਾਲ ਉੱਪਰ ਆਪਾਂ ਫਰੋਲ ਦਿੰਨੇ ਆ। ਉਹਦੇ ਨਾਲ ਕੀ ਹੈ, ਹਾਂਜੀ ਉਹਦੇ ਨਾਲ ਕੀ ਹੈ ਕਿ 5-7 ਮਿੰਟਾਂ ਦੇ ਵਿੱਚ ਗੰਡੋਏ ਨੀਚੇ ਚਲੇ ਜਾਂਦੇ, ਤਾਂ ਆਪਾਂ ਸਾਰੀ ਉੱਪਰੋਂ ਖਾਦ ਅਲੱਗ ਕਰ ਲੈਣੀ। ਜਿੱਦਾਂ ਸਟੋਰ ਕੀਤੀ ਹੋਈ ਹੈ, ਢੇਰ ਕੀਤਾ ਹੋਇਆ, ਇਹ ਉੱਪਰੋਂ ਲਾ ਕੇ ਅਲੱਗ ਕੀਤੀ ਹੋਈ ਹੈ। ਇਹ ਖੇਤਾਂ ਦੇ ਵਿੱਚ ਆਪਾਂ ਇਦਾਂ ਵੀ ਪਾ ਸਕਦੇ ਹਾਂ, ਬਟ ਜਦੋਂ ਆਪਾਂ ਵੇਚਣ ਦੇ ਵਿੱਚ ਆਉਂਦੀ ਆ ਨਾ, ਜਦੋਂ ਆਪਾਂ ਸੇਲ ਕਰਨੀ ਆ, ਤਾਂ ਜਿਹੜਾ ਕਸਟਮਰ ਆ ਉਹ ਦਿੱਖ ਜਿਹਦੀ ਚੀਜ਼ ਦੀ ਸੋਹਣੀ ਆਪਾਂ ਦੇਖਦੇ ਹਾਂ ਕਿ ਉਹਦੇ ਵੱਲ ਜ਼ਿਆਦਾ ਭੱਜਦਾ। ਇਸ ਕਰਕੇ ਇਹਨੂੰ ਛਾਨਣ ਦੇ ਨਾਲ ਕੀ ਆ ਕਿ ਇਹਦੀ ਜਿਹੜੀ ਕੁਆਲਿਟੀ ਆ ਉਹ ਹੋਰ ਸੋਹਣੀ ਹੋ ਜਾਂਦੀ, ਦੇਖਣ 'ਚ ਵੀ ਸੋਹਣੀ ਹੋ ਜਾਂਦੀ ਆ, ਤਾਂ ਵਿਕਰੀ ਦੇ ਵਿੱਚ ਇਹਦੀ ਕੋਈ ਸਮੱਸਿਆ ਨਹੀਂ ਆਉਂਦੀ। ਔਰ ਗੰਡੋਆਂ ਦੇ ਵਿੱਚ ਜਿਵੇਂ ਹੁਣ ਇਸ ਵੇਲੇ ਤੁਸੀਂ ਹੱਥ ਮਾਰ ਰਹੇ ਹੋ, ਸ਼ੁਰੂਆਤ ਦੇ ਵਿੱਚ ਕਿਵੇਂ ਦਾ ਲੱਗਦਾ ਸੀਗਾ ਜਦੋਂ ਇਹ ਸਾਰਾ ਕੰਮ ਕਰਦੇ ਸੀ, ਗੋਹਾ ਵੀ ਇਕੱਠਾ ਕਰਦੇ ਸੀਗੇ, ਗੰਡੋਇਆਂ 'ਚ ਹੱਥ ਮਾਰਦੇ ਸੀ, ਤਾਂ ਔਖਾ ਹੁੰਦਾ ਸੀ? ਬਿਲਕੁਲ ਜੀ ਬਿਲਕੁਲ। ਜਦੋਂ ਸ਼ੁਰੂਆਤ ਕੀਤੀ ਹੈ ਉਦੋਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇੱਕਰਾ ਲੋਕਾਂ ਦੇ ਮਜ਼ਾਕ ਦੇ ਪਾਤਰ ਵੀ ਬਹੁਤ ਬਣੇ ਅਸੀਂ, ਕਿਉਂਕਿ ਸਾਡੀ ਦੋਨਾਂ ਦੀ ਵਾਈਟ ਕਲਰ ਜੌਬ ਆ, ਬਹੁਤ ਵਧੀਆ ਹੈਂਡਸਮ ਸੈਲਰੀ ਲੈ ਰਹੇ ਹਾਂ ਅਸੀਂ। ਤਾਂ ਜਦੋਂ ਪਿੰਡ ਦੇ ਵਿੱਚੋਂ ਸਾਡੇ ਦੋਨਾਂ ਦੇ ਘਰਾਂ 'ਚ ਪਸ਼ੂਆਂ ਦੀ ਗਿਣਤੀ ਜ਼ਿਆਦਾ ਨਹੀਂ ਹੈਗੀ, ਇੱਕ ਦੋ ਪਸ਼ੂ ਨੇ, ਤਾਂ ਅਸੀਂ ਸਟਾਰਟਿੰਗ ਦੇ ਵਿੱਚ ਜਿਹੜਾ ਗੋਬਰ ਲੋਕਾਂ ਦੇ ਘਰਾਂ 'ਚ ਵੀ ਇਕੱਠਾ ਕਰਦੇ ਰਹੇ ਹਾਂ। ਤਾਂ ਅਸੀਂ ਯਾਨੀ ਕਿ ਰਾਤ ਨੂੰ ਕਹਿ ਕੇ ਆਉਣਾ ਕਿ ਕੱਲ ਨੂੰ ਤੁਸੀਂ ਗੋਬਰ ਨਾ ਸੁੱਟੋ, ਅਸੀਂ ਇਕੱਠਾ ਕਰਕੇ ਲੈ ਜਾਾਂਗੇ। ਮੋਟਰਸਾਈਕਲ ਵਾਲੀ ਰੇਹੜੀ ਦੇ ਮਗਰ ਪਾ ਕੇ ਅਸੀਂ ਗੋਬਰ ਲੈ ਕੇ ਆਉਣਾ। ਤਾਂ ਬਹੁਤ ਸਾਰੇ ਲੋਕ ਆ ਸਾਡੇ ਸਾਹਮਣੇ ਕੋਲ ਬੈਠਦੇ, ਨਾਲੇ ਤਾਂ ਸਾਨੂੰ ਦੇਖਦੇ, ਨਾਲੇ ਹੱਸਦੇ ਸਾਡੇ ਕਨੀ ਦੇਖ ਕੇ ਕਿ ਇਹ ਕੀ ਕਰ ਰਹੇ ਆ। ਮੇਰੇ ਫਾਦਰ ਸਾਹਿਬ ਨੂੰ ਵੀ ਬੜਿਆਂ ਨੇ ਕਿਹਾ ਕਿ ਬੱਚਿਆਂ ਨੂੰ ਸਮਝਾਓ, ਕਿਹੜੇ ਯਾਨੀ ਕਿ ਗੋਬਰ 'ਚ ਹੱਥ ਮਾਰਦੇ ਫਿਰਦੇ ਆ, ਲੇਡੀਜ਼ ਦਾ ਕੰਮ ਹੁੰਦਾ ਗੋਹਾ ਪੱਥਣਾ, ਇਹ ਮੁੰਡੇ ਹੋ ਕੇ ਗੋਬਰ 'ਚ ਹੱਥ ਮਾਰਦੇ ਆ। ਬਟ ਅਸੀਂ ਆਪਦਾ ਇੱਕ ਧਾਰਿਆ ਹੋਇਆ ਸੀ, ਸੋਚਿਆ ਹੋਇਆ ਸੀ ਕਿ ਇੱਥੇ ਕੁਝ ਕਰਕੇ ਦਿਖਾਉਣਾ, ਤਾਂ ਅਸੀਂ ਆਪਦੀ ਲਾਈਨ ਦੇ ਉੱਪਰ ਚੱਲਦੇ ਗਏ, ਔਰ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਔਰ ਮਿਹਨਤ ਨੂੰ ਫਲ ਮਿਲਦਾ ਹੀ ਹੈ। ਅੱਜ ਇਹੋ ਜਿਹੇ ਰੰਗ ਲੱਗਿਆ ਕਿ ਪੰਜਾਬ ਦਾ, ਜਿੱਦਾਂ ਹਰਪ੍ਰੀਤ ਨੇ ਦੱਸਿਆ, ਕੋਈ ਕੋਨਾ ਨਹੀਂ ਹੈਗਾ ਜਿੱਥੇ ਸਾਡੀ ਖਾਦ ਔਰ ਗੰਡੋਏ ਜਾਂਦੇ ਨੇ। ਔਰ ਬਾਈ ਇਹਦਾ ਪ੍ਰਾਈਸ ਕੀ ਰੱਖਿਆ ਹੋਇਆ ਹੈ, ਕਿੰਨੀ ਪ੍ਰਾਈਸ ਦੇ ਵਿੱਚ ਇਹ ਲੋਕਾਂ ਤੱਕ ਪਹੁੰਚ ਜਾਂਦੀ ਹੈ? ਔਰ ਜੇ ਕਿਸੇ ਨੇ ਬਾਹਰ ਮੰਗਾਉਣੀ ਹੈ ਪੰਜਾਬ ਤੋਂ ਜਾਂ ਕਿਸੇ ਹੋਰ ਥਾਂ ਤੋਂ, ਔਰ ਇੱਥੇ ਨਹੀਂ ਆ ਸਕਦਾ, ਤਾਂ ਕੀ ਉਹਨਾਂ ਨੂੰ ਡਿਲੀਵਰ ਵੀ ਕਰ ਦਿੱਤੀ ਜਾਂਦੀ ਹੈ? ਹਾਂਜੀ ਜ਼ਰੂਰ ਡਿਲੀਵਰ ਕਰਦੇ ਹਾਂ। ਜਿੱਦਾਂ ਹੁਣ ਕੱਲ ਅਸੀਂ ਰਾਮਪੁਰਾ ਭੇਜਣੀਆਂ, ਪ੍ਰਾਈਸ ਆ ਜਿਹੜਾ ਆਪਣਾ ਸਭ ਤੋਂ ਘੱਟ ਆ ਪੰਜਾਬ ਦੇ ਵਿੱਚ, 600 ਰੁਪਏ ਕੁਆਂਟਲ ਆਪਣਾ ਹੀ ਬਲਕ ਦੇ ਵਿੱਚ ਆ, ਮਤਲਬ ਕੋਈ ਜ਼ਿਆਦਾ ਕੁਆਂਟੀਟੀ ਲੈਂਦਾ 2-3 ਕੁਆਂਟਲ, ਇਸ ਤੋਂ ਜ਼ਿਆਦਾ ਤਾਂ ਅਸੀਂ 6 ਰੁਪਏ ਕਰਦੇ ਹਾਂ। ਅਦਰਵਾਈਜ਼ ਜੇ ਕਿਸੇ ਨੂੰ 20-30-50 ਕਿਲੋ ਚਾਹੀਦੀ ਆ ਤਾਂ ਫਿਰ ਆਪਣਾ ਜਿਹੜਾ ਪ੍ਰਾਈਸ ਆ ਉਹ 10 ਰੁਪਏ ਕਿਲੋ ਆ। ਇਹ ਪ੍ਰਾਈਸ ਨਾ ਘੱਟ ਰੱਖਣ ਦਾ ਕਾਰਨ ਕੀ ਹੈ? ਕਾਰਨ ਇਹੀ ਹੈ ਜੀ ਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਹੈਗੇ ਲੋਕ ਆਰਗੈਨਿਕ ਖੇਤੀ ਨਾਲ ਜੁੜਨ। ਵੱਧ ਤੋਂ ਵੱਧ ਮਤਲਬ ਇਹ ਹੈ ਕਿ ਜਿਹੜੇ DAP ਯੂਰੀਆ ਦੇ ਮੁੱਲ ਦੇ ਵਿੱਚ ਹੀ ਇਹ ਜਿਹੜੀ ਹੈਗੀ ਆ ਖੇਤਾਂ ਦੇ ਵਿੱਚ ਪਹੁੰਚ ਜੇ, ਤਾਂ ਕਰਕੇ ਜਿਹੜਾ ਹੈਗਾ ਅਸੀਂ ਪ੍ਰਾਈਸ ਇਹਦਾ ਘੱਟ ਰੱਖਿਆ। ਤਾਂ ਬਾਈ ਹੁਣ ਤਾਂ ਕਵਾਂਗੇ ਫਿਰ ਤੁਹਾਡੇ ਵਾਸਤੇ ਸੁਣਨਾ ਹੀ ਇਹ ਹੈ ਨਾ, ਤੁਸੀਂ ਗੋਹੇ 'ਚ ਜਿਵੇਂ ਕਿਹਾ ਹੱਥ ਮਾਰਦੇ ਸੀ ਪਹਿਲਾਂ, ਲੋਕੀ ਮਜ਼ਾਕ ਉਡਾਉਂਦੇ ਸੀਗੇ, ਪਰ ਅੱਜ ਉਹੀ ਗੋਹਾ ਤੁਹਾਨੂੰ ਵਧੀਆ ਇੱਕ ਇਨਕਮ ਦੇ ਰਿਹਾ। ਬਿਲਕੁਲ ਸਰ ਬਿਲਕੁਲ। ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਹੁਣ ਤਾਂ ਸਾਨੂੰ ਜਿਹੜੇ ਗੰਡੋਏ ਆ ਉਹਨਾਂ ਦਾ ਪਿਆਰ ਆਉਂਦਾ, ਮੋਹ ਆਉਂਦਾ। ਸਾਡੇ ਵਾਸਤੇ ਇੱਕ ਗੰਡੋਆ ਲਗਭਗ 10 ਰੁਪਏ ਦਾ ਨੋਟ ਹੈ। ਠੀਕ ਹੈ, ਜੇਕਰ ਉਹਨੂੰ ਆਪਾਂ ਐਜ਼ ਪ੍ਰੋਫੈਸ਼ਨ ਦੇਖੀਏ, ਇਨਕਮ ਲੈਵਲ ਦੇ ਤੌਰ 'ਤੇ ਵੀ ਦੇਖੀਏ, ਤਾਂ ਆਪਦੀ ਲਾਈਫ ਦੇ ਵਿੱਚ ਲਗਭਗ ਤੁਹਾਨੂੰ 10 ਰੁਪਏ ਦੇ ਕੇ ਹੀ ਜਾਂਦਾ। ਤਾਂ ਅਸੀਂ ਆਪਦੇ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਹੌਲੀ ਹੌਲੀ ਕੀ ਹੈ, ਆਉਣ ਵਾਲਾ ਟਾਈਮ ਬਿਲਕੁਲ ਆਰਗੈਨਿਕ ਖੇਤੀ ਦਾ ਆਪਾਂ ਨੂੰ ਵੀ ਪਤਾ, ਤਾਂ ਤੁਸੀਂ ਅੱਜ ਤੋਂ ਜੇਕਰ ਆਪਦੇ ਖੇਤਾਂ ਨੂੰ ਸੁਧਾਰ ਦੇ ਵਿੱਚ ਲਿਆਉਣਾ ਸ਼ੁਰੂ ਕਰੋਗੇ ਤਾਂ 3-4 ਸਾਲਾਂ ਦੇ ਵਿੱਚ ਜਿਹੜੀ ਆ ਆਪਣੀ ਮਿੱਟੀ ਖਰਾਬ ਹੋਈ ਹੈ, ਆਪਣੀ ਧਰਤੀ ਜਿਹੜੀ ਖਰਾਬ ਹੋਈ ਹੈ, ਇਹਨੇ ਵਾਪਸ ਆਪਦੀ ਸਥਿਤੀ ਤੇ ਆਉਣਾ। ਤੇ ਪੰਜਾਬ ਦੀ ਧਰਤੀ ਇੱਕ ਇਹੋ ਜਿਹੀ ਆ ਕਿ ਆਪਾਂ ਇੱਕ ਨਮਕ ਤੋਂ ਬਿਨਾ ਕੁਝ ਵੀ ਪੈਦਾ ਕਰ ਸਕਦੇ ਹਾਂ ਇੱਥੇ।
ਤਾਂ ਆਪਣੀ ਕੁਦਰਤੀ ਖੇਤੀ ਦੇ ਨਾਲ, ਪੁਰਾਣੀ ਖੇਤੀ ਦੇ ਨਾਲ ਜੁੜੋ। ਕਿਸੇ ਤਰ੍ਹਾਂ ਡਾਕਟਰਾਂ ਦਾ ਆਉਣਾ ਜਾਣਾ ਆਪਣੇ ਘਰਾਂ 'ਚੋਂ ਘਟ ਜਾਵੇ ਤਾਂ ਆਪਣੀ ਜ਼ਿੰਦਗੀ ਦੁਬਾਰਾ ਪਟਰੀ ਤੇ ਆ ਸਕਦੀ ਆ ਔਰ ਆਪਣਾ ਖਰਚਾ ਵੀ ਘਟੂਗਾ। ਜੇਕਰ ਆਪਾਂ ਆਪਦੇ ਜਿਹੜੀ ਸਟਾਰਟਿੰਗ ਵਾਲੀ ਖਰਚੇ ਘਟਾ ਲਏ ਤਾਂ ਆਟੋਮੈਟਿਕਲੀ ਜਿਹੜੀ ਆਪਣੀ ਜ਼ਿੰਦਗੀ ਦੇ ਸੁਧਾਰ ਹੋਣੇ ਸ਼ੁਰੂ ਹੋਣਗੇ। ਤਾਂ ਇਕੱਲੇ ਲੋਕੀ ਖਾਦ ਹੀ ਲੈ ਕੇ ਜਾਂਦੇ ਨੇ ਜਾਂ ਗੰਡੋਏ ਵੀ ਤੁਹਾਡੇ ਤੋਂ ਲੈ ਕੇ ਜਾਂਦੇ ਨੇ? ਬਿਲਕੁਲ ਜੀ, ਗੰਡੋਏ ਬਹੁਤ ਜ਼ਿਆਦਾ ਮਾਤਰਾ ਸਾਡੇ, ਈਵਨ ਕਿ ਖਾਦ ਨਾਲੋਂ ਜ਼ਿਆਦਾ ਗੰਡੋਏ ਸੇਲ ਹੋਏ ਆ ਸਾਡੇ। ਔਰ ਗੰਡੋਇਆਂ ਦੇ ਨਾਲ ਨਾਲ ਸਾਡਾ ਇੱਕ ਵਰਮੀ ਵਾਸ਼ ਤਿਆਰ ਹੁੰਦਾ, ਜਿਹੜਾ ਆਪਾਂ ਇਹਨਾਂ ਦੇ ਉੱਪਰ ਪਾਣੀ ਛਿੜਕਾਅ ਕਰਦੇ ਆ। ਉਹ ਪਾਣੀ ਹੌਲੀ ਹੌਲੀ ਰਸ ਕੇ ਜਦੋਂ ਬਾਹਰ ਨਿਕਲਦਾ, ਉਹ ਵੀ ਇੱਕ ਤਰ੍ਹਾਂ ਦੀ ਆਰਗੈਨਿਕ ਸਪਰੇਅ ਆ, ਠੀਕ ਹੈ। ਉਹਨਾਂ ਦਾ ਆਪਾਂ ਫਸਲਾਂ ਦੇ ਉੱਪਰ ਛਿੜਕਾਅ ਕਰਦੇ ਆ, ਉਹਦੇ ਵੀ ਬਹੁਤ ਵਧੀਆ ਰਿਜ਼ਲਟ ਨੇ। 20 ਤੋਂ ਲੈ ਕੇ 25 ਰੁਪਏ ਲੀਟਰ ਤੱਕ ਉਹ ਪਾਣੀ ਵੀ ਵਿਕਦਾ। ਹਾਂਜੀ, ਤਾਂ ਉਹ ਵੀ ਕਾਫੀ ਡਿਮਾਂਡ, ਉਸ ਪਾਣੀ ਦੀ ਵੀ ਕਾਫੀ ਡਿਮਾਂਡ ਹੈਗੀ ਆ। ਤਾਂ ਗੰਡੋਏ ਤਾਂ ਵਿਕਦੇ ਨੇ। ਤਾਂ ਇਸ ਤੋਂ ਇਲਾਵਾ ਕੀ ਅੱਗੇ ਵਿਜ਼ਨ ਕੀ ਹੈ ਕਿ ਇਸੀ ਕੰਮ ਨੂੰ ਹੋਰ ਅੱਗੇ ਵਧਾਉਣਾ ਹੈ, ਪਲਾਟ ਨੂੰ ਹੋਰ ਤਾਂ ਨੂੰ ਪਿੱਛੇ ਨੂੰ ਲੈ ਕੇ ਜਾਣਾ ਹੈ ਜਾਂ ਹੋਰ ਚੀਜ਼ਾਂ ਵੀ ਐਡ ਕੀਤੀ ਜਾਣੀਆਂ? ਜੀ ਜੀ ਬਿਲਕੁਲ, ਸਾਡਾ ਜਿਹੜਾ ਵਿਜ਼ਨ ਹੈਗਾ, ਹੁਣ ਸਾਡੀ ਜਿਹੜੀ ਹੈਗੀ 400 500 ਲਗਭਗ ਕੁਆਂਟਲ ਹੈਗੀ ਆ ਪ੍ਰੋਡਕਸ਼ਨ ਐਨੂਅਲੀ। ਬਟ ਹੁਣ ਅਸੀਂ ਜਿਹੜਾ ਹੈਗਾ ਨੈਕਸਟ ਈਅਰ ਸਾਡਾ ਟਾਰਗੇਟ ਹੈਗਾ ਕਿ 2000 ਕੁਆਂਟਲ ਤੱਕ ਅਸੀਂ ਲੈ ਕੇ ਜਾਣਾ। ਅੱਗੇ ਸੋਚਦੇ ਹੈਗੇ ਆ ਕਿ ਨਾਲ ਪਲਾਟ ਹੋਰ ਲੈ ਕੇ, ਤਾਂ ਅਸੀਂ ਜਿਹੜੇ ਹੁਣ ਸਾਡੇ ਕੋਲ ਲਗਭਗ 50 ਬੈੱਡ ਨੇ, ਤਾਂ ਅਸੀਂ ਚਾਹੁੰਦੇ ਹਾਂ ਕਿ 200 ਬੈੱਡ ਲਗਭਗ ਜਿਹੜਾ ਹੈਗਾ ਕੀਤਾ ਜਾਵੇ, ਤਾਂ ਵੱਧ ਤੋਂ ਵੱਧ ਜਿਹੜਾ ਹੈਗਾ ਲੋਕਾਂ ਨੂੰ ਫਾਇਦਾ ਪਹੁੰਚੇ ਇਸ ਚੀਜ਼ ਦਾ। ਭਾਈ ਤੁਸੀਂ ਤਾਂ ਜਿਵੇਂ ਸੋਚਿਆ, ਤੁਸੀਂ ਕਿਹਾ ਕਿ ਵਾਈਟ ਕਾਲਰ ਜੌਬ ਹੈਗੀ ਹੈ, ਹੈਂਡਸਮ ਸੈਲਰੀ ਵੀ ਹੈ, ਪਰ ਇੱਕ ਐਡ ਆਨ ਆਪਾਂ ਇਸ ਨੂੰ ਕਹਿ ਸਕਦੇ ਹਾਂ, ਤੁਹਾਡੀ ਸੈਲਰੀ ਦੇ ਵਿੱਚ ਇਹ ਚੀਜ਼ਾਂ ਦਿਖਦੀਆਂ ਨਹੀਂ। ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਬਹੁਤੇ ਇਸ ਵੇਲੇ ਨੌਜਵਾਨ ਇਹ ਵੀ ਸੋਚਦੇ ਨੇ ਪੰਜਾਬ 'ਚ ਰੁਜ਼ਗਾਰ ਬਚੇ ਨਹੀਂ ਹੈ, ਪੰਜਾਬ ਤੋਂ ਬਾਹਰ ਹੀ ਸਾਨੂੰ ਭਵਿੱਖ ਨਜ਼ਰ ਆਉਂਦਾ ਹੈ, ਮੈਟਰੋ ਸਿਟੀਜ਼ ਹੋਣ ਜਾਂ ਫਿਰ ਵਿਦੇਸ਼ ਦੇ ਵੱਲ ਹੀ ਅੱਜ ਕੱਲ੍ਹ ਨੌਜਵਾਨਾਂ ਦਾ ਜਿਹੜਾ ਵਧਣ ਦਾ ਚਾਅ ਹੈਗਾ ਉਹ ਜ਼ਿਆਦਾ ਹੋਇਆ ਪਿਆ ਹੈ। ਪੰਜਾਬ ਰਹਿ ਕੇ ਵੀ ਕੀ ਆਪਣੀ ਸੈਲਰੀ ਨੂੰ ਵਧਾਇਆ ਜਾ ਸਕਦਾ? ਬਿਲਕੁਲ ਭਾਜੀ, ਪੰਜਾਬ ਇੱਕ ਇਹੋ ਜਿਹੀ ਧਰਤੀ ਹੈ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ, ਕਿ ਸੋਨਾ ਪੈਦਾ ਕਰਦੀ ਹੈ। ਸਿਰਫ ਤੇ ਸਿਰਫ ਤੁਹਾਡੇ ਕੋਲੇ ਆਈਡੀਆਜ਼ ਹੋਣੇ ਚਾਹੀਦੇ ਨੇ ਔਰ ਤੁਹਾਡੀ ਵਿਲ ਪਾਵਰ ਹੋਣੀ ਚਾਹੀਦੀ ਹੈ। ਤੁਹਾਡੇ ਅੰਦਰ ਇੱਕ ਜਜ਼ਬਾ ਹੋਣਾ ਚਾਹੀਦਾ ਕਿ ਤੁਸੀਂ ਇੱਥੇ ਰਹਿ ਕੇ ਉਹਨਾਂ ਨੂੰ ਇੰਪਲੀਮੈਂਟ ਕਰਨਾ ਔਰ ਲੋਕਾਂ ਨੂੰ ਦਿਖਾਉਣਾ ਕਿ ਅਸੀਂ ਇੱਥੇ ਰਹਿ ਕੇ ਵੀ ਕੁਝ ਕਰ ਸਕਦੇ ਹਾਂ। ਜਦੋਂ ਤੱਕ ਜੌਬ ਦਾ ਸਵਾਲ ਆ, ਜੌਬ ਦੇ ਵਿੱਚ ਆਪਾਂ ਇੱਕ ਤਰੀਕੇ ਨਾਲ ਬੌਂਡ ਆ। ਆਪਾਂ ਇੱਕ ਵੱਧ ਤੋਂ ਵੱਧ ਆਪਾਂ ਕਿੰਨੀ ਸੈਲਰੀ ਲੈ ਲਾਂਗੇ? ਲੱਖ ਰੁਪਏ ਲੈ ਲਾਂਗੇ, ਠੀਕ ਹੈ ਨਾ। ਅੱਜ ਕੱਲ੍ਹ ਦੇ ਪਿੰਡੂ ਏਰੀਏ ਦੇ ਵਿੱਚ ਦੇਖਿਆ ਜਾਵੇ, ਜੇ ਕਿਸੇ ਨੂੰ ਕਹਿ ਦਈਏ ਲੱਖ ਰੁਪਏ ਸੈਲਰੀ, ਉਹ ਬਹੁਤ ਮੰਨਦਾ ਉਹਨੂੰ। ਬਟ ਇੱਕ ਆਪਣਾ ਬਿਜ਼ਨਸ ਇੱਕ ਇਹੋ ਜਿਹੀ ਚੀਜ਼ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ, ਤੁਹਾਡੀ ਸੋਚ ਤੋਂ ਵੀ ਉੱਪਰ ਜਾ ਸਕਦਾ। ਜਿੱਦਾਂ ਤੁਸੀਂ ਪਹਿਲਾਂ ਪੁੱਛਿਆ ਸੀ, ਇਹਦੇ ਨਾਲ ਅਸੀਂ ਐਡ ਆਨ ਹੋਰ ਕਰ ਰਹੇ ਹਾਂ। ਜਿੱਦਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਇੱਕ ਜਗ੍ਹਾ ਦੇ ਵਿੱਚੋਂ ਖਾਣ ਪੀਣ ਵਾਲੀ ਉਹ ਹਰ ਇੱਕ ਵਸਤੂ ਮਿਲੇ, ਹਰ ਇੱਕ ਚੀਜ਼ ਮਿਲੇ ਜਿਹੜੀ ਹਰ ਘਰ ਦੇ ਵਿੱਚ ਰੋਜ਼ਾਨਾ ਵਰਤੋਂ 'ਚ ਆਉਣੀ ਹੈ। ਅਸੀਂ ਆਰਗੈਨਿਕ ਦਾਲਾਂ ਦੇ ਉੱਪਰ ਕੰਮ ਕਰ ਰਹੇ ਹਾਂ, ਆਉਣ ਵਾਲੇ ਸਮੇਂ 'ਚ ਸਰੋਂ ਦੇ ਤੇਲ ਦੇ ਉੱਪਰ ਕਰ ਰਹੇ ਹਾਂ, ਅਚਾਰ ਦੇ ਉੱਪਰ ਕਰ ਰਹੇ ਹਾਂ, ਆਟੇ ਦੇ ਉੱਪਰ ਕਰ ਰਹੇ ਹਾਂ। ਇਹੋ ਜਿਹੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਬਿਲਕੁਲ ਜ਼ਹਿਰ ਮੁਕਤ ਹੋਣਗੀਆਂ, ਉਹ ਇੱਕ ਜਗ੍ਹਾ ਤੋਂ ਮਿਲ ਜਾਣ ਤਾਂ ਜੋ ਉਹਨਾਂ ਨੂੰ ਜਗ੍ਹਾ ਜਗ੍ਹਾ ਭਟਕਣਾ ਨਾ ਪਵੇ। ਇਸ ਤਰੀਕੇ ਦਾ ਅਸੀਂ ਇੱਕ ਮਾਡਲ ਤਿਆਰ ਕਰ ਰਹੇ ਹਾਂ, ਜਿਹੜਾ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਦੇਖਣ ਨੂੰ ਮਿਲੂਗਾ। ਤਾਂ ਮੇਰੀ ਨੌਜਵਾਨਾਂ ਨੂੰ ਇਹੀ ਬੇਨਤੀ ਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਆਈਡੀਆਜ਼ ਹੈਗੇ ਨੇ, ਬਹੁਤ ਸਾਰੇ ਕੰਮ ਇਹੋ ਜਿਹੇ ਹੈਗੇ ਨੇ, ਤੁਸੀਂ ਕਰੋ। ਫੋਰਨ ਨਾਲੋਂ ਜ਼ਿਆਦਾ, ਬਾਹਰ ਨਾਲੋਂ ਜ਼ਿਆਦਾ ਇਨਕਮ ਪੈਦਾ ਕਰ ਸਕਦੇ ਹੋ। ਔਰ ਸਭ ਤੋਂ ਵੱਡੀ ਗੱਲ ਕਿ ਆਪਦੇ ਪਰਿਵਾਰ ਦੇ ਵਿੱਚ ਰਹੋਗੇ, ਆਪਦੇ ਪੰਜਾਬ ਦੇ ਵਿੱਚ ਰਹੋਗੇ, ਕਿਉਂਕਿ ਬੁਢਾਪੇ ਦੇ ਵਿੱਚ ਮਾਂ ਪਿਓ ਨੂੰ ਤੁਹਾਡੀ ਜ਼ਰੂਰਤ ਹੈ। ਜੇਕਰ ਤੁਸੀਂ ਉੱਥੇ ਨਾ ਹੋਏ, ਕਿਉਂਕਿ ਬਹੁਤ ਸਾਰੇ ਕੇਸਸ ਦੇ ਵਿੱਚ ਮੈਂ ਦੇਖਿਆ ਕਿ ਪਿਤਾ ਦੀ ਅਰਥੀ ਨੂੰ ਅੱਗ ਦੇਣ ਵਾਸਤੇ ਵੀ ਲਾਸਟ ਤੇ ਬੱਚਾ ਨਹੀਂ ਆ ਪਾਉਂਦਾ। ਇੱਦਾਂ ਦੀ ਸਿਚੁਏਸ਼ਨ ਪੰਜਾਬ ਦੀ ਹੋਈ ਪਈ ਆ। ਪਿੰਡਾਂ 'ਚ ਆਪਾਂ ਦੇਖਦੇ ਹਾਂ ਬਹੁਤ ਸਾਰੇ ਕੇਸ ਇੱਦਾਂ ਦੇ ਆਉਂਦੇ ਆ। ਤਾਂ ਇਹੋ ਜਿਹੀ ਜ਼ਿੰਦਗੀ ਦਾ ਨਹੀਂ ਕਰਨਾ। ਪੈਸਾ ਸਭ ਕੁਝ ਨਹੀਂ ਹੈਗਾ। ਜੋ ਆਪਣੇ ਰਿਸ਼ਤੇ ਪਰਮਾਤਮਾ ਨੇ ਬਣਾਇਆ, ਸਭ ਤੋਂ ਜ਼ਰੂਰੀ ਇਹ ਨੇ, ਤਾਂ ਉਹਨਾਂ ਨੂੰ ਸੰਭਾਲ ਕੇ ਰੱਖੋ ਜਿਨ੍ਹਾਂ ਦੀ ਅੱਜ ਕੱਲ੍ਹ ਜ਼ਰੂਰਤ ਹੈ। ਪਰ ਜਿਸ ਤਰੀਕੇ ਨਾਲ ਤੁਹਾਡਾ ਇਹ ਬਿਜ਼ਨਸ ਚੱਲ ਰਿਹਾ ਤਾਂ ਅੱਗੇ ਸੋਚਿਆ ਕਿ ਜੌਬ ਤੋਂ ਅਲਵਿਦਾ ਹੋ ਕੇ ਔਰ ਡੈਡੀਕੇਟਿਡਲੀ ਪੂਰਾ ਦਿਨ ਇਸ 'ਤੇ ਲਾਈਏ? ਬਿਲਕੁਲ ਜੀ, ਹਲੇ ਅਸੀਂ ਕੱਲ੍ਹ ਪਰਸੋਂ ਹੀ ਸਲਾਹ ਕਰ ਰਹੇ ਸੀਗੇ ਕਿ ਪਰਮਾਤਮਾ ਕੁਦਰਤ ਮਿਹਰ ਰੱਖੇ ਤਾਂ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਜੌਬ ਨੂੰ ਅਲਵਿਦਾ ਕਹਿ ਕੇ ਟੋਟਲੀ ਇਹਦੇ ਉੱਪਰ ਆਉਣ ਵਾਲੇ ਹਾਂ, ਆਪਦੇ ਕੰਮ ਨੂੰ ਐਕਸਪੈਂਡ ਕਰਕੇ। ਤੁਸੀਂ ਅੱਗੇ ਜੌਬ ਦੇਣ ਵਾਲੇ ਹੋ ਜੋ? ਹਾਂਜੀ ਹਾਂਜੀ ਬਿਲਕੁਲ, ਮਤਲਬ ਸਾਡਾ ਜਿਹੜਾ ਹੈਗਾ ਕਿ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਜਿਹੜੀ ਹੈਗਾ ਜੌਬ ਨੂੰ ਅਲਵਿਦਾ ਕਹਿ ਦਾਂਗੇ। ਇਸ ਨੂੰ ਜਿਹੜਾ ਹੈਗਾ ਵੱਡਾ ਇੱਕ ਪ੍ਰੋਜੈਕਟ ਬਣਾਉਣਾ, ਜਿੱਦਾਂ ਗੱਲ ਕੀਤੀ ਹੈ ਕਿ ਆਰਗੈਨਿਕ। ਜੇ ਮੈਂ ਤੁਸੀਂ ਗੁੱਸਾ ਨਾ ਮੰਨੋ ਕਿਉਂਕਿ ਸੈਲਰੀ ਨਹੀਂ ਪੁੱਛਣੀ ਚਾਹੀਦੀ, 60-70 ਹਜ਼ਾਰ ਰੁਪਏ ਆਰਾਮ ਨਾਲ ਕਮਾ ਰਹੇ ਹੋਗੇ ਇਸ ਵੇਲੇ? ਬਿਲਕੁਲ ਜੀ ਬਿਲਕੁਲ, 60-70 ਹਜ਼ਾਰ ਲਗਭਗ ਜਿਹੜੀ ਹੈਗੀ ਮੰਥਲੀ ਸੈਲਰੀ ਆ। ਬਟ ਮੈਂ ਜਿਹੜਾ ਹੈਗਾ ਕਿਸਾਨਾਂ ਨੂੰ ਇੱਕ ਬੇਨਤੀ ਕਰੂੰਗਾ ਕਿ ਇੱਕ ਮਿੱਥ ਬਣਿਆ ਹੋਇਆ ਲੋਕਾਂ ਦੇ ਵਿੱਚ ਕਿ ਜੇ ਆਪਾਂ DAP ਯੂਰੀਆ ਨਾ ਪਾਵਾਂਗੇ ਤਾਂ ਪ੍ਰੋਡਕਸ਼ਨ ਨਹੀਂ ਹੋਣੀ ਹੈਗੀ। ਮੈਂ ਘਰੇ ਆਪ ਸਬਜ਼ੀਆਂ ਤਿਆਰ ਕਰਦਾ, ਬਹੁਤ ਵਧੀਆ ਪ੍ਰੋਡਕਸ਼ਨ ਹੁੰਦੀ ਆ। ਮਤਲਬ ਲੱਸੀ ਦੀ ਸਪਰੇਅ ਕਰਦੇ ਨੇ, ਵਰਮੀ ਕੰਪੋਸਟ ਯੂਜ਼ ਕਰਦੇ ਆ, ਸਬਜ਼ੀਆਂ ਵੀ ਹੋ ਜਾਂਦੀਆਂ ਨੇ, ਦਾਲਾਂ ਵੀ ਹੋ ਜਾਂਦੀਆਂ ਨੇ, ਠੀਕ ਆ। ਤਾਂ ਮਤਲਬ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਜਿਹੜਾ ਕੀ ਹੈ ਕਿਸਾਨਾਂ ਦਾ ਕੀ ਹੈ ਕਿ ਜੇ ਇੱਕ ਨਾਲ ਜਿਹੜੇ ਗੁਆਂਢੀ ਨੇ 2 ਗੱਟੇ ਪਾਏ ਨੇ ਤਾਂ ਦੂਜੇ ਕਿਸਾਨ ਨੇ 4 ਗੱਟੇ ਪਾਉਣੇ ਆ। ਤਾਂ ਐਵੇਂ ਮਤਲਬ ਹੋੜ ਦੇ ਵਿੱਚ ਆ ਕੇ ਸਾਰੀ ਵਾਵਾ ਹੋ ਗਈ ਹੈ। ਜੀ ਜੀ ਜੀ। ਇੱਕ ਜਿਹੜੇ ਅੱਜ ਕੱਲ੍ਹ ਠੇਕੇ ਬਹੁਤ ਵਧੇ ਹੋਏ ਨਾ ਜੀ, ਕਿਉਂਕਿ ਜ਼ਿਮੀਂਦਾਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਦੇਖਿਆ ਕਿ ਇਸ ਵਾਰ ਆਪਾਂ ਦੇਖਿਆ ਕਿ ਮੌਸਮ ਦੀ ਮਾਰ ਕਣਕਾਂ ਬਿਲਕੁਲ ਨਹੀਂ ਹੈਗੀਆਂ। ਤਾਂ ਆਪਣੇ ਲੋਕਾਂ ਦੇ ਵਿੱਚ ਵੀ ਆ ਕਿ ਜੇ ਕਿਸੇ ਨੇ ਕਹਿਤਾ ਮੇਰੀ 40 ਮਣ ਝੜੀ ਆ, ਤਾਂ ਨਾਲ ਵਾਲਾ ਕਹਿੰਦਾ ਮੈਂ ਉਹ ਤੋਂ 2 ਮਣ ਵੱਧ ਹੀ ਦੱਸਣੀ ਹੈ, ਘੱਟ ਨਹੀਂ ਦੱਸਣੀ। ਤਾਂ ਹਰ ਸਾਲ ਕੀ ਆ, ਠੇਕੇ 2-2 4-4 ਹਜ਼ਾਰ ਕਰਕੇ ਹੁਣ 70,000 ਤੇ ਠੇਕਾ ਹੈ। ਤਾਂ ਜਿਸ ਜ਼ਿਮੀਂਦਾਰ ਨੇ 70,000 ਰੁਪਏ ਕਿੱਲੇ ਦਾ ਭਰਨਾ ਹੈ, ਤਾਂ ਉਹ ਚਾਹੁੰਦਾ ਹੈ ਕਿ ਮੇਰੀ ਪ੍ਰੋਡਕਸ਼ਨ ਵੀ ਵੱਧ ਹੋਵੇ। ਤਾਂ ਉਸ ਪ੍ਰੋਡਕਸ਼ਨ ਨੂੰ ਵਧਾਉਣ ਵਾਸਤੇ ਉਹ ਪੈਸਟੀਸਾਈਡਸ ਦੀ ਬਹੁਤ ਜ਼ਿਆਦਾ ਵਰਤੋਂ ਕਰਦਾ ਹੈ। ਤਾਂ ਭਾਈਚਾਰਾ ਜਿਹੜਾ ਕਿਸਾਨਾਂ ਦਾ ਪਿੰਡ 'ਚ, ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਇੱਕ ਦੂਜੇ ਦਾ ਗਲਾ ਨਾ ਘੁੱਟੋ। ਮੌਸਮ ਦੀ ਮਾਰ ਵੀ ਪਈ ਆ, ਤਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ
ਠੇਕਿਆਂ ਦੇ ਰੇਟ ਕੰਟਰੋਲ ਦੇ ਵਿੱਚ ਰਹਿਣੇ ਬਹੁਤ ਜ਼ਰੂਰੀ ਨੇ, ਤਾਂ ਜੋ ਇੱਕ ਆਮ ਜ਼ਿਮੀਂਦਾਰ, ਗਰੀਬ ਜ਼ਿਮੀਂਦਾਰ ਵੀ ਠੇਕੇ ਤੇ ਲੈ ਕੇ ਵੀ ਆਪਦੀ ਖੇਤੀ ਕਰਨਾ ਚਾਹੁੰਦਾ ਤਾਂ ਉਹ ਕਰ ਸਕੇ। ਜਦੋਂ ਇਹ ਚੀਜ਼ਾਂ ਘਟ ਗਈਆਂ ਤਾਂ ਆਟੋਮੈਟਿਕਲੀ ਜਿਹੜਾ ਪੈਸਟੀਸਾਈਡ ਆ ਇਹਦਾ ਯੂਜ਼ ਵੀ ਘਟੂਗਾ। ਲੋਕ ਸਰਕਾਰਾਂ ਨੂੰ ਵੀ ਧਿਆਨ ਦੇਣ ਦੀ ਲੋੜ ਹੈਗੀ ਇਹਨਾਂ ਚੀਜ਼ਾਂ। ਬਿਲਕੁਲ ਜੀ ਬਿਲਕੁਲ, ਇਦਾਂ ਦੇ ਜਿਹੜੇ ਕੰਮ ਹੈਗੇ ਆਰਗੈਨਿਕ ਚੀਜ਼ਾਂ ਜਿਹੜੇ ਲੋਕ ਕਰ ਰਹੇ ਆ ਤਾਂ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ, ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਜਾਂ ਉਹਨਾਂ ਵਾਸਤੇ ਕੋਈ ਇਹੋ ਜਿਹੀਆਂ ਸਕੀਮਸ ਲੈ ਕੇ ਆਉਣ ਕਿ ਜਿਹੜੇ ਲੋਕ ਇਹਨਾਂ ਨੂੰ ਹੋਰ ਅਡਾਪਟ ਕਰਨ। ਤਾਂ ਸਰਕਾਰਾਂ ਦਾ ਬਹੁਤ ਵੱਡਾ ਰੋਲ ਹੈ ਜੀ ਇਹਦੇ ਵਿੱਚ। ਔਰ ਜੇਕਰ ਕੋਈ ਵੀਰ ਇਸ ਚੀਜ਼ ਨੂੰ ਦੇਖ ਰਿਹਾ ਹੋਵੇ ਔਰ ਉਹਨੇ ਇਸ ਪ੍ਰੋਫੈਸ਼ਨ ਦੇ ਵਿੱਚ ਆ ਕੇ ਸ਼ੁਰੂਆਤ ਕਰਨੀ ਹੋਵੇ ਤਾਂ ਤੁਹਾਡਾ ਸਹਿਯੋਗ ਮਿਲੂਗਾ ਉਹਨਾਂ ਨੂੰ ਪੂਰਾ? ਬਿਲਕੁਲ ਭਾਜੀ, ਅਸੀਂ ਸ਼ੁਰੂਆਤ ਤੋਂ ਹੀ ਪਹਿਲਾਂ ਤੋਂ ਵੀ ਕਹਿੰਦੇ ਆ ਰਹੇ ਹਾਂ ਕਿ ਅਸੀਂ ਟ੍ਰੇਨਿੰਗ ਦਾ ਕੋਈ ਪੈਸਾ ਨਹੀਂ ਲੈਂਦੇ। ਚਾਹੇ ਸਾਡੇ ਜਿੰਨੇ ਵੀ ਕਸਟਮਰ ਗਏ, ਅਸੀਂ ਆਪਦੇ ਵੱਲੋਂ ਫੁੱਲ ਕੋਸ਼ਿਸ਼ ਕੀਤੀ ਆ ਕਿ ਉਹਨਾਂ ਨੂੰ ਸੈਟੀਸਫਾਈ ਜਾਣਕਾਰੀ ਦਈਏ। ਤਾਂ ਸਾਡੇ ਵੱਲੋਂ ਫ੍ਰੀ ਆਫ ਕਾਸਟ ਜਾਣਕਾਰੀ ਮਿਲੂਗੀ। ਟਾਈਮ ਟੂ ਟਾਈਮ ਜੋ ਵੀ ਸਾਡੀ ਜ਼ਰੂਰਤ ਹੋਊਗੀ, ਈਵਨ ਕਿ ਮਾਰਕੀਟਿੰਗ ਦੇ ਵਿੱਚ ਵੀ ਅੱਗੇ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਬਟ ਜ਼ਰੂਰਤ ਹੈ ਇਸ ਧੰਦੇ ਨੂੰ ਅਪਣਾਉਣ ਦੀ। ਤੁਸੀਂ ਇਹਦੇ ਵਿੱਚ ਆਓ। ਕਈ ਲੋਕ ਕੀ ਹੈ ਕਿ ਡਰਦੇ ਆ ਕਿ ਅੱਜ ਇੱਥੇ ਅਸੀਂ ਕੰਮ ਕਰਵਾਦਾ, ਕੱਲ੍ਹ ਨੂੰ ਕਿਤੇ ਸਾਡੀ ਮਾਰਕੀਟ 'ਚ ਨਾ ਫਰਕ ਪੈ ਜੇ। ਤਾਂ ਇਹ ਇੱਕ ਇਹੋ ਜਿਹਾ ਕੰਮ ਆ ਜੀ, ਪੰਜਾਬ ਦੇ ਜਿੰਨੇ ਪਿੰਡ ਨੇ ਹਰ ਇੱਕ ਪਿੰਡ 'ਚ ਇੱਕ ਯੂਨਿਟ ਵੀ ਲੱਗ ਜੇ ਦੀ ਤਾਂ ਵੀ ਮਾਰਕੀਟਿੰਗ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਇਹਦੀ ਪ੍ਰੋਡਕਸ਼ਨ ਇੰਨੀ ਜ਼ਿਆਦਾ ਡਿਮਾਂਡ ਇੰਨੀ ਹੈ, ਪ੍ਰੋਡਕਸ਼ਨ ਹੈ ਹੀ ਨਹੀਂ। ਸਾਰੇ ਪੰਜਾਬ ਦੇ ਵਿੱਚ ਵੀ ਇੱਕ ਇਹਦਾ ਯੂਨਿਟ ਲੱਗ ਜੇ ਤਾਂ ਇਹਦੀ ਪ੍ਰੋਡਕਸ਼ਨ ਦੇ ਉੱਪਰ, ਇਹਦੀ ਮੰਗ ਦੇ ਉੱਪਰ ਕੋਈ ਫਰਕ ਨਹੀਂ ਪੈਣ ਵਾਲਾ। ਔਰ ਗੋਹੇ ਤੇ ਵੀ ਚੀਜ਼ਾਂ ਡਿਪੈਂਡ ਕਰਦੀਆਂ ਨੇ ਕਿ ਗੋਹਾ ਕਿਸ ਕੁਆਲਿਟੀ ਦਾ ਹੈਗਾ, ਕਿਸ ਤਰੀਕੇ ਦੇ ਨਾਲ ਉਹ ਮਿਲ ਰਿਹਾ ਤੁਹਾਨੂੰ? ਜੀ ਜੀ ਬਿਲਕੁਲ। ਪਹਿਲੀ ਗੱਲ ਤਾਂ ਇਹ ਹੈ ਕਿ ਗੋਹਾ ਜਿਹੜਾ ਹੈਗਾ ਮਹੱਤਵਪੂਰਨ ਰੋਲ ਅਦਾ ਕਰਦਾ ਵਰਮੀ ਕੰਪੋਸਟਿੰਗ ਦੇ ਵਿੱਚ। ਗੋਹਾ ਜਿਹੜਾ ਹੈਗਾ ਗਊਸ਼ਾਲਾ ਤੋਂ ਲਓ ਨਾ ਜਿਹੜਾ ਹੈਗਾ ਡੇਅਰੀ ਫਾਰਮ ਤੋਂ ਲਓ, ਡੇਅਰੀ ਆ ਜਾਂ ਗਊਸ਼ਾਲਾ ਉਹ ਪੱਕੀ ਹੋਣੀ ਚਾਹੀਦੀ ਆ, ਕਿਉਂਕਿ ਜੇ ਗੋਹੇ ਦੇ ਵਿੱਚ ਮਿੱਟੀ ਆ ਗਈ ਤਾਂ ਖਾਦ ਬਣਨੀ ਨਹੀਂ ਹੈਗੀ, ਕਿਉਂਕਿ ਜਿਹੜੀ ਮਿੱਟੀ ਉਹ ਦਲਦਲ ਬਣਾਉਂਦੀ ਹੈ, ਜਿਹੜੇ ਗੰਡੋਏ ਹੋਣਗੇ ਉਹ ਮਰ ਜਾਣਗੇ। ਇਸ ਕਰਕੇ ਜਿਹੜਾ ਗੋਹਾ ਹੈਗਾ ਤੁਸੀਂ 15 ਤੋਂ 45 ਦਿਨ ਦੇ ਵਿੱਚ ਵਾਲਾ ਲੈਣਾ, ਜ਼ਿਆਦਾ ਤਾਜ਼ਾ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਉਹਨੂੰ ਲਿਆ ਕੇ ਸਿੱਟ ਲੈਣਾ, ਉਹਨੂੰ ਵਾਢਾਂ ਦੇਣੀਆਂ ਨੇ 4-5। ਜਦੋਂ ਗੋਹੇ ਦੇ ਵਿੱਚੋਂ ਮਿੱਟੀ ਵਰਗੀ ਸਮੈਲ ਆਉਣ ਲੱਗੀ ਤਾਂ ਸਮਝ ਲਓ ਕਿ ਆਪਣਾ ਜਿਹੜਾ ਹੈਗਾ ਗੋਹਾ ਤਿਆਰ ਆ। ਉਸ ਤੋਂ ਬਾਅਦ ਉਹਦੇ ਬੈੱਡ ਬਣਾਉਣੇ ਆ, ਜਿਵੇਂ ਤੁਹਾਨੂੰ ਦੱਸਿਆ ਹੋਇਆ ਕਿ ਲੰਬਾਈ ਜਿੰਨੀ ਮਰਜ਼ੀ ਕਰ ਲਓ, ਚੜਾਈ 3 ਫੁੱਟ ਰੱਖਣੀ ਆਪਾਂ। ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਗੰਡੋਏ ਛੱਡਣੇ ਆ। ਤਾਂ ਹੁਣ ਤਾਂ ਨਹੀਂ ਘਰ ਦੇ ਕਹਿੰਦੇ ਕਿੱਥੇ ਗੋਹੇ ਛੱਤ ਮਾਰੀ ਜਾਂਦੇ ਹੋ? ਨਹੀਂ ਨਹੀਂ, ਘਰਦਿਆਂ ਦਾ ਸਹਿਯੋਗ ਤਾਂ ਸ਼ੁਰੂ ਤੋਂ ਹੀ ਰਿਹਾ ਸੀ ਜੀ। ਸਾਡੇ ਬਾਪੂ ਜੀ ਪਿੱਛੇ ਹੱਸੀ ਜਾਂਦੇ ਨੇ। ਫਾਦਰ ਸਾਹਿਬ ਨੇ ਪਿੱਛੇ, ਆਜੋ ਬਾਪੂ ਜੀ, ਆਜੋ ਤੁਸੀਂ ਵੀ। ਕਿਉਂਕਿ ਘਰਦਿਆਂ ਦਾ ਸਹਿਯੋਗ, ਘਰਦਿਆਂ ਦੇ ਸਹਿਯੋਗ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਤਾਂ ਮੈਂ ਲੱਕੀ ਹਾਂ ਕਿ ਇਦਾਂ ਦੇ ਮਾਪਿਓ ਮਿਲੇ ਆ ਕਿ ਕਿਸੇ ਵੀ ਕੰਮ ਦੇ ਵਿੱਚ ਅਸੀਂ ਪਏ ਆ ਤਾਂ ਇਹਨਾਂ ਦਾ ਪੂਰਨ ਸਹਿਯੋਗ ਰਿਹਾ। ਤਾਂ ਪਿੰਡ ਵਾਲੇ ਕੰਮ ਕਰਨ ਦਾ ਕੋਈ ਡਰ ਨਹੀਂ, ਕੋਈ ਮਿਹਣਾ ਨਹੀਂ, ਆਪਦੀ ਮਿਹਨਤ ਦਾ ਕੋਈ ਡਰ ਨਹੀਂ। ਮਿਹਨਤ ਕਰਨਗੇ ਤਾਂ ਤਰੱਕੀ ਕਰਨਗੇ। ਜਿਵੇਂ ਦੱਸ ਰਹੇ ਸੀ, ਕਹਿੰਦੇ ਪਹਿਲਾਂ ਲੋਕੀ ਤਾਨੇ ਮਾਰਦੇ ਸੀਗੇ ਕਿ ਕਿੱਥੇ ਜਵਾਕ ਕਹਿੰਦੇ ਗੋਹੇ 'ਚ ਹੱਥ ਮਾਰੀ ਜਾਂਦੇ ਨੇ। ਲੋਕਾਂ ਨੇ ਬਥੇਰੀਆਂ ਝੇਡਾਂ ਕੀਤੀਆਂ ਮੈਨੂੰ ਵੀ ਇਹਨਾਂ ਬੱਚਿਆਂ ਨੂੰ ਸਮਝਾਓ, ਪੜ੍ਹੇ ਲਿਖੇ ਬੱਚੇ ਨੇ, ਜੌਬ ਕਰਦੇ ਨੇ, ਇਹ ਗੋਹੇ 'ਚ ਹੱਥ ਕਿਉਂ ਮਾਰਦੇ ਨੇ। ਮੈਂ ਕਿਹਾ ਵੀ ਉਹਨਾਂ ਦਾ ਸ਼ੌਂਕ ਆ, ਸ਼ੌਂਕ ਦੇ ਨਾਲ ਕਰ ਰਹੇ ਨੇ, ਵਧੀਆ ਪੈਸੇ ਇਸ ਟਾਈਮ ਵਧੀਆ ਪੈਸੇ ਕਮਾ ਰਹੇ। ਜੇ ਇਹਨਾਂ ਨੇ ਸ਼ੌਂਕ ਰੱਖਿਆ ਤਾਂ ਬਹੁਤ ਮਿਹਨਤ ਕੀਤੀ, ਵਧੀਆ ਪੈਸੇ ਕਮਾ ਰਹੇ ਨੇ ਤੇ ਚੰਗੀ ਪਾਸੇ ਲੱਗੇ ਨੇ ਬੱਚੇ, ਨਸ਼ੇ ਤੋਂ ਰਹਿਤ ਨੇ, ਕੰਮ ਤੱਕ ਹੀ ਧਿਆਨ ਆ। ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਬਾਈ ਕਿ ਨਸ਼ੇ ਤੋਂ ਰਹਿਤ ਹੈਗੇ ਹੋ, ਕੰਮ ਕਰ ਰਹੇ ਹੋ। ਔਰ ਜੀ, ਔਰ ਵੱਡੀ ਗੱਲ ਨਾਲੇ ਦਾ ਵੀ ਨਸ਼ਾ ਨਹੀਂ ਹੈ ਇਹਨਾਂ ਨੂੰ, ਦੋਵੇਂ ਤਾਂ ਘਰ ਦੇ ਇਹ ਵੀ ਖੁਸ਼ ਹੋ ਜਾਂਦੇ ਹੋਣਗੇ, ਪਹਿਲਾਂ ਕਿ ਨੌਕਰੀ ਲੱਗ ਗਈ ਉਹਦੇ ਵਾਸਤੇ ਹੀ ਬਹੁਤ ਸੈਟੀਸਫਾਈਡ ਹੋਣਗੇ ਚੀਜ਼ਾਂ। ਬਿਲਕੁਲ ਜੀ ਬਿਲਕੁਲ। ਹੁਣ ਵੀ ਜਿੱਦਾਂ ਨਸ਼ੇ ਵਾਲੀ ਗੱਲ ਆ ਜਾਂਦੀ ਹੈ ਕਿ ਜਦੋਂ ਛੁੱਟੀ ਹੁੰਦੀ ਹੈ ਜਾਂ ਜੌਬ ਤੋਂ ਫ੍ਰੀ ਹੁੰਦੇ ਆ ਤਾਂ ਸਵੇਰ ਇੱਥੇ ਆ ਜਾਂਦੇ ਆ। ਆਪਦਾ ਨਾਲ ਕੋਈ ਬੰਦਾ ਹੁੰਦਾ ਜਾਂ ਆਪ ਵੀ, ਵੈਸੇ 90% ਅਸੀਂ ਆਪ ਵੀ ਖੁਦ ਹੀ ਕੰਮ ਕਰਦੇ ਆ। ਤਾਂ ਸਾਰਾ ਦਿਨ ਇੱਥੇ ਕੰਮ ਦੇ ਵਿੱਚ ਲੱਗੇ ਰਹਿੰਦੇ ਆ। ਘਰੇ ਜਾ ਕੇ ਨਹਾ ਧੋ ਕੇ ਰੋਟੀ ਖਾ ਕੇ ਪੈ ਗਏ, ਬਾਹਰ ਦਾ ਯਾਨੀ ਕਿ ਇਵਨ ਕਿ ਬਾਹਰ ਮੁੜਦੇ ਵੀ ਨਹੀਂ ਖੜ ਕੇ ਦੇਖਿਆ ਅੱਜ ਤੱਕ ਕਿ ਕੀ ਹੋ ਰਿਹਾ ਪਿੰਡ 'ਚ, ਕੀ ਨਹੀਂ ਹੋ ਰਿਹਾ, ਕੋਈ ਲੈਣਾ ਦੇਣਾ ਨਹੀਂ ਹੈਗਾ। ਤਾਂ ਬਹੁਤ ਵਧੀਆ ਜ਼ਿੰਦਗੀ ਆ, ਖੁਸ਼ ਆ, ਚੰਗਾ ਖਾਂਦੇ ਆ, ਪੀਂਦੇ ਆ, ਮਸਤੀ ਹੈ ਜੀ। ਮੈਨੂੰ ਲੱਗਦਾ ਇਹ ਸੰਤੁਸ਼ਟੀ ਸਭ ਤੋਂ ਵੱਡੀ ਚੀਜ਼ ਹੈ। ਸੈਟੀਸਫੈਕਸ਼ਨ ਲੈਵਲ ਜੇ ਬੰਦੇ ਦੇ ਵਿੱਚ ਆ ਗਿਆ ਤਾਂ ਮੈਨੂੰ ਲੱਗਦਾ ਸਾਰੀ ਚੀਜ਼ਾਂ ਉਹਨੇ ਪ੍ਰਾਪਤ ਕਰ। ਸਭ ਤੋਂ ਸਾਰੀ ਮੇਨ ਗੱਲ ਹੀ ਸੈਟੀਸਫੈਕਸ਼ਨ ਦੀ ਹੈ ਜੀ। ਜੇਕਰ ਤੁਸੀਂ ਸੰਤੁਸ਼ਟ ਹੋ, ਤੁਹਾਨੂੰ ਸੈਟੀਸਫੈਕਸ਼ਨ ਹੈਗੀ ਆ ਤਾਂ ਸਾਰਾ ਕੁਝ ਵਧੀਆ ਹੈ ਜੀ। ਅਦਰਵਾਈਜ਼ ਭੁੱਖ ਤਾਂ ਬੰਦੇ ਦੀ ਕਦੀ ਨਹੀਂ ਮਰਦੀ, ਚਾਹੇ ਉਹ ਪੈਸੇ ਦੀ ਹੈ ਚਾਹੇ ਕਿਸੇ ਵੀ ਚੀਜ਼ ਦੀ ਆ, ਉਹ ਹਮੇਸ਼ਾ ਰਹਿੰਦੀ ਆ। ਬਟ ਜੇਕਰ ਤੁਸੀਂ ਸੰਤੁਸ਼ਟ ਹੋ ਤਾਂ ਰਾਤ ਨੂੰ ਨੀਂਦ ਚੰਗੀ ਆ ਰਹੀ ਹੈ, ਇਮਾਨਦਾਰ ਹੋ, ਸਭ ਤੋਂ ਵੱਡੀ ਗੱਲ ਹੈ ਜੀ। ਬਾਈ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਸਮਾਂ ਦੇਣ ਦੇ ਲਈ। ਤਾਂ ਬਾਈ ਹੋਣੀ ਖਾਸ ਤੌਰ ਦੇ ਉੱਤੇ ਤੁਸੀਂ ਇੱਥੇ ਵੇਖਿਆ ਇਹਨਾਂ ਦਾ ਜਿਹੜਾ ਇਹ ਪ੍ਰੋਜੈਕਟ ਹੈ, ਇਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਗੋਹੇ ਤੋਂ ਖਾਦ ਤਿਆਰ ਕੀਤੀ ਜਾ ਰਹੀ ਹੈ। ਗੰਡੋਇਆਂ ਦੇ ਨਾਲ, ਗੰਡੋਇਆਂ ਦੀ ਮਦਦ ਦੇ ਨਾਲ ਇਹ ਖਾਦ ਤਿਆਰ ਕਰਦੇ ਨੇ। ਔਰ ਕਹਿੰਦੇ ਕਿ ਕਿਸੇ ਵੇਲੇ ਲੋਕੀ ਝੇਡਾਂ ਕਰਦੇ ਸੀਗੇ ਕਿ ਕਿੱਥੇ ਗੋਹੇ 'ਚ ਹੱਥ ਮਾਰ ਰਹੇ ਹੋ, ਕੀ ਤੁਸੀਂ ਸਮਾਂ ਬਰਬਾਦ ਕਰ ਰਹੇ ਹੋ। ਪਰ ਅੱਜ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਕੀਤੀ ਹੋਈ ਸ਼ੁਰੂਆਤ ਰੰਗ ਲਿਆਈ ਹੈ, ਹੁਣ ਦੂਰ ਦੂਰ ਤੱਕ ਇਹਨਾਂ ਦੇ ਆਰਡਰ ਜਾ ਰਹੇ ਨੇ, ਲੋਕ ਇੱਥੋਂ ਖਾਦ ਲੈਣ ਆਉਂਦੇ ਨੇ। ਔਰ ਵੱਡੀ ਗੱਲ ਹੈ ਕਿ ਇਹ ਮਿੱਟੀ ਜਿਹੜੀ ਪੰਜਾਬ ਦੀ ਧਰਤੀ ਹੈ ਉਸ ਨੂੰ ਜਿਸ ਤਰੀਕੇ ਦੇ ਨਾਲ ਉਸ ਦੇ ਵਿੱਚ ਕੈਮੀਕਲਸ ਵੱਧ ਰਹੇ ਨੇ, ਜਿਸ ਤਰੀਕੇ ਦੇ ਨਾਲ ਮਿਲਾਵਟਾਂ ਵੱਧ ਰਹੀਆਂ ਨੇ, ਜਿਸ ਤਰੀਕੇ ਨਾਲ ਧਰਤੀ ਸਾਡੀ ਗੰਦਲੀ ਹੁੰਦੀ ਹੋਈ ਨਜ਼ਰ ਆ ਰਹੀ ਹੈ, ਉਸ ਨੂੰ ਬਚਾਉਣ ਦਾ ਵੀ ਇੱਕ ਵੱਡਾ ਉਪਰਾਲਾ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ।